आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਥ ਪੰਚਮ ਰੁੱਤ ਕਥਨੰ ਦੋਹਰਾ। ਗਿਆਨੀ ਧਿਆਨੀ ਸਕਲ ਜਨ ਸਿਮਰੈ ਨਾਮ ਬੇਅੰਤ। ਜਿਨ ਜਾਣਿਓ ਬੁੱਧ ਸਵੱਛ ਤੇ ਪਰੇ ਪਾਰ ਭਵ ਸੰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਸੰਧਿਆ ਦੇ ਦੀਵਾਨਾਂ ਵਿੱਚ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੈ ਹਰ ਜਾਸ। ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਇਹ ਕਲਗੀਧਰ ਪਿਤਾ ਮਹਾਰਾਜ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ ਖਾਲਸੇ ਪ੍ਰਤੀ ਕਿ ਜਿਹੜਾ ਗੁਰੂ ਕਾ ਸਿੰਘ ਅੰਮ੍ਰਿਤ ਵੇਲੇ ਗੁਰਬਾਣੀ ਦੇ ਨਿਤਨੇਮ ਕਰਦਾ ਹੈ, ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਦਾ ਹੈ, ਸ਼ਾਮਾਂ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਆਰਤੀ ਆਰਤੇ ਦਾ ਕੀਰਤਨ ਸੁਣਦਾ ਹੈ, ਗੁਰ ਇਤਿਹਾਸ ਦੀ ਕਥਾ ਸੁਣਦਾ ਹੈ। ਮਹਾਰਾਜ ਕਹਿੰਦੇ ਉਹ ਗੁਰੂ ਕਾ ਪਿਆਰਾ ਗੁਰਸਿੱਖ ਨਿਸ਼ਚੇ ਕਰਕੇ ਹੀ ਭਵ ਸਾਗਰ ਤੋਂ ਤਰ ਜਾਂਦਾ ਹੈ, ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਸੋ ਆਪ ਜੀ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤਮਈ ਸੋਧਾ ਰਹਿਰਾਸ ਸਾਹਿਬ ਜੀ ਦੇ ਪਾਠ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸ੍ਰੀ ਕਲਗੀਧਰ ਪਿਤਾ ਮਹਾਰਾਜ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਰਬੰਸ ਸਦਾਨੀ, ਦੇਗ ਤੇਗ ਦੇ ਧਨੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਨਾਲ ਜੋੜੀਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ 4 ਰੁੱਤਾਂ ਦੀ ਸਮਾਪਤੀ ਹੋ ਚੁੱਕੀ ਹੈ। ਅੱਜ 5ਵੀਂ ਰੁੱਤ ਆਰੰਭ ਹੋ ਰਹੀ ਹੈ। ਇਸ ਰੁੱਤ ਵਿੱਚ ਸਤਿਗੁਰੂ ਜੀ ਦੀ ਕਥਾ ਬਹੁਤ ਹੀ ਗੂੜ ਕਥਾ ਹੈ। ਬਹੁਤ ਸਾਰੇ ਅਧਿਆਤਮਿਕ ਭੇਦ ਵੀ ਇਸ ਕਥਾ ਵਿੱਚ ਖੁੱਲ੍ਹਦੇ ਹਨ। ਇਸ ਰੁੱਤ ਦੀ ਕਥਾ ਜਿਹੜਾ ਵੀ ਸਰੋਤਾ ਸਰਵਣ ਕਰ ਲਵੇ ਉਸ ਨੂੰ ਗੁਰਮਤਿ ਦੀ ਅਧਿਆਤਮਿਕਤਾ ਦੀ ਵੀ ਸੋਝੀ ਆ ਜਾਂਦੀ ਹੈ। ਸੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਅੱਜ ਗੁਰੂ ਦਰਬਾਰ ਵਿੱਚ ਸੁਭਾਏਮਾਨ ਹੋ ਕੇ ਕਲਗੀਧਰ ਪਾਤਸ਼ਾਹ ਜੀ ਦੀ ਕਥਾ ਸਰਵਣ ਕਰ ਰਹੇ ਹੋ। ਆਓ ਮਨ ਬਿਰਤੀਆਂ ਸ੍ਰੀ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜੋੜੀਏ, ਰਸਨਾ ਨੂੰ ਪਵਿੱਤਰ ਕਰੀਏ। ਸਾਰੀ ਸੰਗਤ ਗੱਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗਿਆਨੀ ਧਿਆਨੀ ਸਕਲ ਜਨ। ਕਹਿੰਦੇ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਮ ਜਪਣ ਵਾਲੇ ਭਾਵੇਂ ਉਹ ਗਿਆਨੀ ਹੋਣ ਭਾਵੇਂ ਧਿਆਨੀ ਹੋਣ, ਜਿਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਆਤਮ ਸਰੂਪ ਦੀ, ਉਹਨੂੰ ਗਿਆਨੀ ਕਹਿੰਦੇ ਹਨ। ਜਿਹੜਾ ਬਾਰ-ਬਾਰ ਉਸੇ ਸਰੂਪ ਵਿੱਚ ਧਿਆਨ ਲਾਈ ਰੱਖਦਾ ਉਸ ਨੂੰ ਧਿਆਨੀ ਕਹਿੰਦੇ ਹਨ। ਗਿਆਨੀ ਧਿਆਨੀ ਸਕਲ ਜਨ, ਜਿੰਨੇ ਵੀ ਲੋਕ ਭਗਤ ਜਨ ਹਨ, ਮਹਾਂਪੁਰਸ਼ ਹਨ, ਸਿਮਰੈ ਨਾਮ ਬੇਅੰਤ। ਉਸ ਵਾਹਿਗੁਰੂ ਬੇਅੰਤ ਦੇ ਬੇਅੰਤ ਨਾਮਾਂ ਨੂੰ ਜਪੀ ਜਾਂਦੇ ਹਨ। ਬੇਅੰਤ 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 ਕੋ ਕਰੰਤ ਪਾਠ ਪੇਖੀਐ। ਅਗਸਤ ਆਦਿ ਜੇ ਬੜੇ ਤਪਸ ਤਪੀ ਵਿਸੇਖੀਐ। ਬੇਅੰਤ 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 ਕੋ ਕਰੰਤ ਪਾਠ ਪੇਖੀਐ। ਮਹਾਰਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਬੇਅੰਤ ਅਨੰਤ ਨਾਮਾਂ ਨੂੰ ਜਪਦੇ ਹਨ। ਜਿਨ ਜਾਣਿਓ ਬੁੱਧ ਸਵੱਛ ਤੇ। ਜਿਨ੍ਹਾਂ ਨੇ ਆਪਣਾ ਹਿਰਦਾ ਨਿਰਮਲ ਕਰਕੇ, ਬੁੱਧੀ ਨਿਰਮਲ ਕਰਕੇ ਸਰੂਪ ਨੂੰ ਜਾਣ ਲਿਆ ਹੈ। ਪਰੇ ਪਾਰ ਭਵ ਸੰਤ। ਉਹ ਸੰਤ ਜਨ ਭਵ ਸਾਗਰ ਤੋਂ ਪਾਰ ਲੰਘ ਗਏ ਹਨ। ਉਹ ਜਨਮ ਮਰਨ ਵਿੱਚ ਨਹੀਂ ਆਉਂਦੇ। ਅਸ ਪਰਮਾਤਮ ਸੰਤ ਜਨ। ਐਸੇ ਪਰਮਾਤਮਾ ਦੇ ਜਿਹੜੇ ਸੰਤ ਜਨ ਹਨ, ਵਾਹਿਗੁਰੂ ਦੇ ਪਿਆਰੇ ਹਨ, ਸਦਾ ਸੱਚਿਦਾਨੰਦ। ਸਦਾ ਸਤਿਚਿਤ ਆਨੰਦ ਸਰੂਪ ਵਿੱਚ ਲੀਨ ਰਹਿੰਦੇ ਹਨ। ਕਰੋ ਗ੍ਰੰਥ ਪੂਰਨ ਸਰਬ। ਉਹਨਾਂ ਸੰਤਾਂ ਦੇ ਚਰਨਾਂ 'ਚ ਨਮਸਕਾਰ ਹੈ। ਉਹਨਾਂ ਨੂੰ ਬੇਨਤੀ ਹੈ ਕਿ ਮਹਾਂਪੁਰਸ਼ੋ, ਇਹ ਜੋ ਮੈਂ ਕਥਾ ਲਿਖ ਰਿਹਾ ਹਾਂ ਇਹਨੂੰ ਆਪ ਹੀ ਪੂਰੀ ਕਰਾ ਲਓ, ਕਿਉਂਕਿ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਵਿੱਚ ਬੜਾ ਬਲ ਹੁੰਦਾ।
ਬੜੀ ਸ਼ਕਤੀ ਹੁੰਦੀ ਹੈ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ। ਮਹਾਂਪੁਰਸ਼ ਜਿਹੜਾ ਵੀ ਫੁਰਨਾ ਕਰ ਲੈਣ ਪਰਮੇਸ਼ਰ ਮੰਨ ਲੈਂਦਾ ਹੈ। ਤੇ ਉਹ ਮਹਾਂਪੁਰਸ਼ ਕਿਰਪਾ ਕਰਨ, ਸਾਡਾ ਅਰਦਾਸਾ ਕਰਨ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਇਹ ਕਥਾ ਜਿਹੜੀ ਕਲਗੀਧਰ ਪਾਤਸ਼ਾਹ ਦੀ ਲਿਖ ਰਹੇ ਆ ਉਹ ਪੂਰੀ ਹੋ ਜਾਵੇ। ਬੰਦੋ ਦੁਐ ਕਰ ਬੰਦ। ਦੋਵੇਂ ਹੱਥ ਜੋੜ ਕੇ ਉਹਨਾਂ ਸੰਤਾਂ ਨੂੰ ਨਮਸਕਾਰ ਕਰਦੇ ਕਵੀਰਾਜ ਭਾਈ ਸੰਤੋਖ ਸਿੰਘ ਜੀ। ਸੋਈਆ ਜਿਹ ਪਾਰ ਨ ਪਾਵਤ ਹੈ ਚਤੁਰਾਨਨ। ਜਿਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਕਥਾ ਦਾ, ਪਰਮੇਸ਼ਰ ਦਾ ਕੋਈ ਅੰਤ ਨਹੀਂ ਪਾ ਸਕਦਾ, ਬ੍ਰਹਮਾ ਵੀ ਅੰਤ ਨਹੀਂ ਪਾ ਸਕਦਾ। ਆਨ ਪੰਚਾਨਨ ਗਿਆਨ ਗਤੀ। ਕਹਿੰਦੇ ਸ਼ਿਵ ਜੀ ਭਗਵਾਨ ਔਰ ਬ੍ਰਹਮਾ ਜਿੰਨੇ ਵੀ ਦੇਵੀ ਦੇਵਤੇ ਹਨ ਉਹ ਪਰਮੇਸ਼ਰ ਦੇ ਅਕਾਲ ਪੁਰਖ ਦੇ ਸਰੂਪ ਦਾ ਅੰਤ ਨਹੀਂ ਪਾ ਸਕਦੇ। ਗਿਆਨ ਗਤੀ ਭਾਵ ਉਹ ਪਰਮੇਸ਼ਰ ਦਾ ਜੋ ਗਿਆਨ ਹੈ, ਅਕਾਲ ਪੁਰਖ ਦੇ ਸਰੂਪ ਦੀ ਜੋ ਲਖਤਾ ਹੈ, ਮਹਾਰਾਜ ਨੇ ਬਾਣੀ 'ਚ ਲਿਖਿਆ ਨਾ, ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾਸ਼ਿਵ ਜੋਗ ਕਰੀ ਫੁਨ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾੜਿਓ ਇੱਕ ਕਰੀ। ਕੋਈ ਵੀ ਉਸ ਰੂਪ ਨੂੰ ਨਹੀਂ ਜਾਣ ਸਕਦਾ। ਖਟ ਆਨਨ ਭਰਾਤ ਗਜਾਨਨ ਗਾਵਤ। 6 ਮੂੰਹਾਂ ਵਾਲਾ ਸਵਾਮੀ ਕਾਰਤਿਕ ਬ੍ਰਹਮਾ ਦਾ ਸ਼ਿਵ ਜੀ ਦਾ ਪੁੱਤਰ ਹੈ, ਜੋ ਸੰਸਾਰ ਦੇ ਯੋਧਿਆਂ ਦਾ ਦੇਵਤਾ ਹੈ। ਜਿੰਨੇ ਵੀ ਯੋਧੇ ਮਹਾਂਪੁਰਸ਼ ਸੂਰਬੀਰ ਹਨ ਉਹ ਉਸ 6 ਮੂੰਹਾਂ ਵਾਲੇ ਸਵਾਮੀ ਕਾਰਤਿਕ ਨੂੰ ਆਪਣਾ ਦੇਵਤਾ ਮੰਨਦੇ ਹਨ। ਉਸ ਸ਼ਿਵ ਜੀ ਦਾ ਪੁੱਤਰ ਹੈ। 6 ਉਹਦੇ ਮੁਖ ਹਨ, ਖਟ ਆਨਨ। ਤੇ ਉਹਦਾ ਭਰਾ ਗਣੇਸ਼ ਗਜ ਆਨਨ ਹਾਥੀ ਦੇ ਮੂੰਹ ਵਾਲਾ ਹੈ। ਵਾਦ ਸਦਾ ਕਮਤੀ ਨ ਰਤੀ। ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਕਥਾ ਕਥਨ ਕਰੀ ਜਾਂਦੇ ਆ ਪਰ ਉਹਦੀ ਕਥਾ ਦਾ ਅੰਤ ਨਹੀਂ ਪੈਂਦਾ। ਕਹਿੰਦੇ ਸਵਾਮੀ ਕਾਰਤਿਕ ਵੀ, ਗਣੇਸ਼ ਵੀ, ਸ਼ਿਵ ਜੀ ਵੀ, ਬ੍ਰਹਮਾ ਵੀ ਗੁਣ ਗਾ ਰਹੇ ਨੇ, ਗਾਈ ਜਾ ਰਹੇ ਨੇ, ਜੁਗਾਂ ਜੁਗਾਂ ਤੋਂ ਗਾ ਰਹੇ ਨੇ, ਪਰ ਪਰਮੇਸ਼ਰ ਦੇ ਗੁਣਾਂ ਦੀ ਕਮਤੀ ਨਾ ਰਤੀ। ਰਤੀ ਜਿੰਨੀ ਵੀ ਕਮੀ ਨਹੀਂ ਆਉਂਦੀ, ਗੁਣ ਬੇਅੰਤ ਹੀ ਹਨ। ਉਚਰੰਤ ਹਜ਼ਾਰ ਹੀ ਆਨਨ ਤੇ। ਹਜ਼ਾਰਾਂ ਮੂੰਹਾਂ ਦੇ ਨਾਲ। ਤਿਸ ਤੇ ਕਹੋ ਦੀਰਘ ਕਾਹੇ ਮਤੀ। ਸ਼ਿਵ ਸ਼ੇਸ਼ ਨਾਗ ਰੋਜ਼ ਨਾਮ ਜਪ ਰਿਹਾ ਹੈ। ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਐਸ ਹੰਸ ਰਸਨਾ ਸੁਹਾਈ। ਰੜਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਹਜ਼ਾਰਾਂ ਨਾਮ ਪਰਮੇਸ਼ਰ ਦੇ ਵਾਹਿਗੁਰੂ ਦੇ ਲੈਂਦਾ ਹੈ। ਕਰ ਬੇਨਵਤੀ ਸੁਭ ਦੇਹਮਤੀ। ਉਹ ਅਕਾਲ ਪੁਰਖ ਦੀ ਸ਼ਕਤੀ ਜਿਹੜੀ ਹੈ ਬਾਣੀ ਰੂਪ ਹੋ ਕੇ, ਸੁਰਸਤੀ ਰੂਪ ਹੋ ਕੇ ਬਿਰਾਜਮਾਨ ਹੈ ਕਵੀਆਂ ਦੀ ਰਸਨਾ ਉੱਤੇ। ਪਰ ਆਉਂਦੀ ਕਿੱਥੋਂ ਹੈ? ਅਕਾਲ ਪੁਰਖ ਦੇ ਮੰਡਲ ਵਿੱਚੋਂ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਦੋਂ ਕੋਈ ਰੂਹਾਂ ਪਰਮੇਸ਼ਰ ਨਾਲ ਜੁੜ ਜਾਂਦੀਆਂ ਨੇ, ਜਦੋਂ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਅਕਾਲ ਪੁਰਖ ਨਾਲ ਸੰਪਰਕ ਬਣ ਜਾਂਦਾ ਹੈ, ਉਥੋਂ ਫਿਰ ਜਿਹੜੀ ਬਾਣੀ ਉਤਰਦੀ ਹੈ ਉਹਨੂੰ ਬੇਨਬਤੀ। ਉਹਦੇ ਹੱਥ ਵਿੱਚ ਬੀਣਾ ਹੁੰਦੀ ਹੈ, ਉਹਨੂੰ ਸਰਸਤੀ ਵੀ ਕਹਿੰਦੇ ਨੇ, ਸ਼ਾਰਦਾ ਵੀ ਕਹਿੰਦੇ ਨੇ। ਨਮੋ ਸ਼ਾਰਦਾ ਮਾਤ ਵਿਦਿਆ ਪ੍ਰਦੈਨੀ, ਕਰੋ ਮੇਦ ਮੇਧਾ ਯਥਾ ਕੰਗ ਤਰਬੈਨੀ। ਹੇ ਬਾਣੀ ਮੇਰੀ ਬੁੱਧੀ ਨੂੰ ਨਿਰਮਲ ਕਰ ਦੇ ਜਿਵੇਂ ਤਰਬੈਣੀ ਦਾ ਜਲ ਨਿਰਮਲ ਹੈ। ਹਾਂਜੀ। ਬਿਗਨਾਨ ਹਤੀ ਭਜ ਸਾਰ ਸੁਤੀ। ਜੋ ਬਿਗਨਾਂ ਦਾ ਨਾਸ਼ ਕਰਨ ਵਾਲੀ ਹੈ। ਕਵੀ ਲੋਕ ਉਸ ਸ਼ਕਤੀ ਨੂੰ, ਅਕਾਲ ਪੁਰਖ ਦੀ ਨੂੰ ਮੰਨਦੇ ਹਨ। ਕਬਿਤ ਬੇਦ ਬੇਦ ਨਿਰਾਕਾਰ ਜਾਕੋ ਕਹਿ ਖੇਦ ਬਿਨ। ਜਿਸ ਸਰੂਪ ਦਾ ਵਰਣਨ ਵੇਦ ਵੀ ਕਰਦੇ ਨੇ ਤੇ ਕੀ ਕਹਿੰਦੇ ਨੇ? ਕਹਿੰਦੇ ਨਿਰਾਕਾਰ ਹੈ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਨਿਰਾਕਾਰ ਸਰੂਪ ਹੈ, ਖੇਦ ਬਿਨ, ਦੁੱਖ ਤੋਂ ਰਹਿਤ ਹੈ। ਸੰਸਾਰ ਦੇ ਵਿੱਚ ਦੁੱਖ ਹੈ, ਉਹਦੇ ਵਿੱਚ ਆਨੰਦ ਹੈ। ਸਤ ਚਿਤ ਆਨੰਦ ਸਰੂਪ ਹੈ ਉਸ ਵਾਹਿਗੁਰੂ ਦਾ। ਸੋ ਹੈ ਆਕਾਰ ਗੁਰ ਨਾਨਕ ਆਨੰਦ ਮੈਂ। ਉਹ ਆਕਾਰ ਧਾਰਨ ਕਰਕੇ ਗੁਰੂ ਨਾਨਕ ਬਣ ਕੇ ਆਇਆ ਹੈ। ਉਹੀ ਅਕਾਲ ਪੁਰਖ ਜਿਸ ਨੂੰ ਵੇਦ ਕਹਿੰਦੇ ਨੇ ਵੀ ਨਾ ਇਤੀ ਨਾ ਇਤੀ ਨਾ ਇਤੀ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਇੱਥੇ ਵੀ ਬਸ ਨਹੀਂ। ਜਿਹੜਾ ਕਹਿਣ ਤੋਂ ਪਰੇ ਹੈ, ਕਥਨ ਤੋਂ ਪਰੇ ਹੈ, ਜਾਣਨ ਤੋਂ ਪਰੇ ਹੈ, ਜਿਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਅੰਤ ਨਾ ਸਿਫਤੀ, ਕਹਿਣ ਦਾ ਅੰਤ, ਅੰਤ ਨਾ ਕਰਨਾ, ਦੇਣ ਦਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਐਸਾ ਵਾਹਿਗੁਰੂ ਸ੍ਰੀ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਦੇ ਵਿੱਚ ਦਰਸ਼ਨ ਦੇ ਰਿਹਾ ਹੈ। ਅੰਗਦ ਅਮਰਦਾਸ ਰਾਮਦਾਸ ਅਰਜਨ। ਉਹੀ ਗੁਰੂ ਅੰਗਦ ਬਣਿਆ ਹੈ।
ਉਹੀ ਪਰਮੇਸ਼ਰ ਨੇ ਗੁਰੂ ਅਮਰਦਾਸ ਜੀ ਦਾ ਰੂਪ ਧਾਰਨ ਕੀਤਾ ਹੈ। ਉਹੀ ਪਰਮੇਸ਼ਰ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਹੈ। ਸ੍ਰੀ ਹਰਗੋਬਿੰਦ ਭਏ ਸਉ ਸੁਖ ਕੰਦ ਮੈਂ। ਉਹੀ ਅਕਾਲ ਪੁਰਖ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਣੇ ਹਨ। ਗੁਰੂ ਹਰਿ ਰਾਏ ਹਰਿ ਕ੍ਰਿਸ਼ਨ ਪਰਮ ਜੋਤ। ਗੁਰੂ ਹਰਿ ਰਾਏ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਰਮ ਜੋਤੀ ਸਰੂਪ ਹਨ। ਤੇਗ ਕੇ ਬਹਾਦਰ ਬਿਸਾਰਦ ਮੁਕੰਦ ਮੈਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਿਆਨ ਦੇ ਦਾਤੇ ਤੇ ਮੁਕਤੀ ਦੇ ਦਾਤੇ ਹਨ। ਸ੍ਰੀ ਗੋਬਿੰਦ ਸਿੰਘ ਲੋ ਪਧਾਰ ਬਿੰਦ ਸਭਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂਆਂ ਦੇ ਚਰਨ ਕਮਲਾਂ ਦਾ ਮੈਂ ਧਿਆਨ ਧਰਦਾ ਹਾਂ। ਬੰਦੋ ਬ੍ਰਿੰਦ ਦੁੰਦ ਹਰ ਦੁੰਦ ਹੱਥ ਬੰਦ ਮੈਂ। ਦੋਵੇਂ ਹੱਥ ਜੋੜ ਕੇ ਮੈਂ ਨਮਸਕਾਰ ਕਰਦਾ ਜਿਹੜੇ ਵਿਘਨਾਂ ਦਾ ਦੁੰਦਾਂ ਦਾ ਨਾਸ਼ ਕਰਨ ਵਾਲੇ ਹਨ। ਜਿੰਨੇ ਵੀ ਸੰਸਾਰ ਦੇ ਦੁੱਖ ਹਨ ਉਹਨਾਂ ਨੂੰ ਦੁੱਖਾਂ ਨੂੰ ਕੱਟਣ ਵਾਲੇ ਮੇਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਦੋਹਰਾ ਸ੍ਰੀ ਕਲਗੀਧਰ ਕੀ ਕਥਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਜੀ ਦੀ ਕਥਾ ਸਰੋਤਨ ਕੋ ਸੁਖਦਾਇ। ਸੁਣਨ ਵਾਲਿਆਂ ਨੂੰ ਸੁਖ ਦਿੰਦੀ ਹੈ। ਰੁਤ ਰਚ ਕਰ ਅਬ ਪੰਚਮੀ। ਹੁਣ ਪੰਜਵੀਂ ਰੁੱਤ ਆਰੰਭ ਕਰਦੇ ਹਾਂ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ। ਨੀਕੇ ਸਭਨ ਸੁਨਾ। ਭਲੀ ਪ੍ਰਕਾਰ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਕੇ ਸਿੱਖਾਂ ਨੂੰ ਸਰਵਣ ਕਰਾਵਾਂਗੇ। ਚੌਪਈ ਇਸ ਪ੍ਰਕਾਰ ਦਸਵੇਂ ਪਾਤਸ਼ਾਹੂ। ਇਸ ਪ੍ਰਕਾਰ ਦਸਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਰਚਿਓ ਪੰਥ ਦੇ ਰਣ ਉਤਸਾਹੂ। ਕਹਿੰਦੇ ਖਾਲਸਾ ਪੰਥ ਰਚਿਆ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਪੰਜਾਂ ਤੋਂ ਅੰਮ੍ਰਿਤ ਛਕਿਆ ਤੇ ਨੀਲਾ ਬਾਣਾ ਪਵਾ ਕੇ ਆਪ ਵੀ ਉਹ ਬਾਣਾ ਪਾਇਆ ਤੇ ਸੱਚੇ ਪਾਤਸ਼ਾਹ ਨੇ ਯੁੱਧ ਦਾ ਉਤਸ਼ਾਹ ਭਰ ਦਿੱਤਾ। ਤਦ ਕੁੱਦੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਤਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ। ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ। ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ। ਸਿਰ ਕੇਸ ਧਾਰ ਗਏ ਖੜਗ ਕੋ ਸਭ ਦੁਸ਼ਟ ਪਛਾਰਾ। ਤਦ ਕੁੱਦੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਤਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ। ਐਸਾ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਬਣਾ ਦਿੱਤਾ। ਦੇਸ਼ ਵਿਦੇਸ਼ਨ ਸੰਗਤ ਆਵੇ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਰਸ਼ਨ ਲਈ ਆਉਂਦੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ। ਅਨੇਕ ਪ੍ਰਕਾਰ ਅਕੋਰਨ ਲਿਆਵੇ। ਅਨੇਕਾਂ ਪ੍ਰਕਾਰ ਦੀ ਭੇਟਾਵਾਂ ਸੰਗਤਾਂ ਹੁਣ ਲੈ ਕੇ ਆਉਂਦੀਆਂ ਨੇ। ਕੋਈ ਮਹਾਰਾਜ ਵਾਸਤੇ ਚੰਗੇ ਚੰਗੇ ਸੋਹਣੇ ਸੋਹਣੇ ਘੋੜੇ ਲੈ ਕੇ ਆਉਂਦਾ ਤੇ ਕੋਈ ਮਹਾਰਾਜ ਵਾਸਤੇ ਚੰਗੇ ਚੰਗੇ ਸ਼ਸਤਰ ਲੈ ਕੇ ਆਉਂਦਾ। ਕੋਈ ਹਜੂਰ ਦੇ ਪਹਿਨਣ ਵਾਸਤੇ ਬੇਸ਼ਕੀਮਤੀ ਮਹਿੰਗੇ ਬਸਤਰ ਲੈ ਕੇ ਆਉਂਦਾ। ਕੋਈ ਲੰਗਰ ਵਾਸਤੇ ਰਸਤਾ ਲੈ ਕੇ ਆਉਂਦਾ। ਕੋਈ ਢਾਕੇ ਬੰਗਲਾਦੇਸ਼ ਤੋਂ ਆਉਂਦਾ ਤੇ ਕੋਈ ਕਾਬਲ ਕੰਧਾਰ ਤੋਂ ਆਉਂਦਾ ਹੈ। ਗੁਰ ਕੀ ਸੰਗਤ ਸੁਣ ਕਰ ਸਾਰੇ। ਗੁਰੂ ਗੁਰੂ ਸਾਹਿਬ ਦੀ ਸੰਗਤ ਸਾਰੇ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਹੈ। ਨਹਿ ਵਿਖਾਦ ਕੋ ਦੇਤ ਨਿਹਾਰੇ। ਅੱਗੇ ਤਾਂ ਸਾਧ ਸੰਗਤ ਜੀ ਸੰਗਤ ਨੂੰ ਲੁੱਟ ਲੈਂਦੇ ਸੀ ਡਾਕੂ ਸਰਕਾਰੀ ਬੰਦੇ। ਚੌਧਰੀ ਪਿੰਡਾਂ ਦੇ ਖਾਸ ਕਰਕੇ ਰੰਗੜ ਤੇ ਗੁੱਜਰ ਇਹ ਛੋਟੇ ਛੋਟੇ ਕਿਲੇ ਪਿੰਡਾਂ 'ਚ ਬਣਾਏ ਹੁੰਦੇ ਸੀ ਚੌਧਰੀਆਂ ਨੇ ਤੇ 100 200 ਬਦਮਾਸ਼ ਬੰਦਾ ਰੱਖਿਆ ਹੁੰਦਾ ਸੀ ਢਾੜ ਵੀ। ਤੇ ਜੇ ਕੋਈ ਗੁਰੂ ਦੀ ਸੰਗਤ ਕੀਰਤਨ ਕਰਦੀ ਲੰਘ ਰਹੀ ਹੁੰਦੀ ਸੀ ਤੇ ਉਹਦੇ ਕੋਲੋਂ ਸਮਾਨ ਖੋਹ ਲੈਂਦੇ ਸੀ। ਪਰ ਗੁਰੂ ਸਾਹਿਬ ਨੇ ਉਹਨਾਂ ਪਿੰਡਾਂ ਨੂੰ ਬਜਰੂੜ ਵਾਲਿਆਂ ਨੂੰ ਕਲਮੋਟ ਵਾਲਿਆਂ ਨੂੰ ਇਸੇ ਤਰ੍ਹਾਂ ਨੂੰਹ ਪਿੰਡ ਵਾਲਿਆਂ ਨੂੰ ਜਦੋਂ ਸੋਧਾ ਲਾਇਆ ਨਾ ਕਲਮੋਟ ਦਾ ਤਾਂ ਮਹਾਰਾਜ ਨੇ ਕਿਲਾ ਹੀ ਢਵਾ ਦਿੱਤਾ ਤੇ ਕਲਮੋਟ ਦੇ ਰੰਗੜਾਂ ਨੂੰ ਜਦੋਂ ਸੋਧਾ ਲਾਇਆ ਨਾ ਉਦੋਂ ਤੋਂ ਬਾਅਦ ਫਿਰ ਸਾਰਿਆਂ ਦੇ ਕੰਨੀ ਹੱਥ ਲੱਗ ਗਏ ਵੀ ਜੇ ਹੁਣ ਗੁਰੂ ਦੀ ਸੰਗਤ ਵੱਲ ਕੈਰੀ ਅੱਖ ਨਾਲ ਵੇਖਾਂਗੇ ਤੇ ਗੁਰੂ ਅੱਖਾਂ ਕੱਢ ਦੇਵੇਗਾ। ਜੇ ਹੁਣ ਗੁਰੂ ਕੇ ਸਿੱਖਾਂ ਨਾਲ ਮੱਥਾ ਲਾਵਾਂਗੇ ਤੇ ਗੁਰੂ ਮੱਥਾ ਭੰਨ ਦੇਵੇਗਾ। ਇਹ ਡਰ ਬੈਠ ਗਿਆ ਡਾਕੂਆਂ ਧਾੜਵੀਆਂ ਦੇ ਮਨਾਂ ਵਿੱਚ। ਹੁਣ ਗੁਰੂ ਦੀ ਸੰਗਤ ਨਾਲ ਮੱਥਾ ਨਹੀਂ ਲਾਉਂਦੇ। ਜਬ ਕੀ ਮਾਰ ਲਈ ਕਲਮੋਟ। ਜਦੋਂ ਦਾ ਮਹਾਰਾਜ ਨੇ ਕਲਮੋਟ ਦੇ ਰੰਗੜਾਂ ਨੂੰ ਸੋਧਾ ਲਾਇਆ ਹੈ ਤਬ ਤੇ ਗ੍ਰਾਮ ਵੱਡੇ ਕੈ ਛੋਟ। ਉਸ ਦਿਨ ਤੋਂ ਵੱਡੇ ਛੋਟੇ ਪਿੰਡਾਂ ਦੇ ਜਿੰਨੇ ਵੀ ਚੌਧਰੀ ਹਨ ਜਾਂ ਡਾਕੂ ਕਿਸਮ ਦੇ ਲੋਕ ਹਨ ਗੁਰ ਸੰਗਤ ਸੋ ਦੁਆਖ ਨਾ ਕਰਤੇ। ਹੁਣ ਗੁਰੂ ਦੀ ਸੰਗਤ ਨਾਲ ਈਰਖਾ ਨਹੀਂ ਕਰਦੇ। ਹੁਣ ਸੰਗਤ ਨੂੰ ਛੇੜਦੇ ਨਹੀਂ। ਗੁਰੂ ਦੀ ਸੰਗਤ ਆਰਾਮ ਨਾਲ ਅਨੰਦਪੁਰ ਸਾਹਿਬ ਆਉਂਦੀ ਹੈ ਦਰਸ਼ਨ ਕਰਦੀ ਹੈ। ਕੋਈ ਹਫਤਾ ਕੋਈ 2 ਹਫ਼ਤੇ ਕੋਈ ਮਹੀਨਾ ਕੋਈ 2 ਮਹੀਨੇ ਰਹਿ ਕੇ ਵਾਪਸ ਜਾਂਦੀ ਹੈ ਸੰਗਤ। ਨਾ ਆਉਂਦੀ ਸੰਗਤ ਨੂੰ ਕੋਈ ਪਰੇਸ਼ਾਨ ਕਰਦਾ ਤੇ ਨਾ ਜਾਂਦੀ ਸੰਗਤ ਨੂੰ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੁਖੀ ਦੁਸ਼ਟਾਂ ਨੂੰ ਸੋਧਾ ਲਾ ਕੇ ਕਲਮੋਟ ਦੇ ਰੰਗੜਾਂ ਨੂੰ
ਸਾਰੇ ਪਾਸੇ ਇਹ ਖਬਰ ਪਹੁੰਚਾ ਦਿੱਤੀ ਆ ਵੀ ਜੇ ਹੁਣ ਗੁਰੂ ਘਰ ਨਾਲ ਮੱਥਾ ਲਾਵਾਂਗੇ ਤੇ ਆਪਣਾ ਹੀ ਮੱਥਾ ਭੱਜੇਗਾ। ਜਹ ਜਿਤ ਚਾਹਤ ਤਹਾਂ ਉਤਰਤੇ, ਹੁਣ ਸੰਗਤ ਜਿੱਥੇ ਜਾਵੇ ਆਰਾਮ ਨਾਲ ਬੈਠ ਸਕਦੀ ਹੈ, ਖਲੋ ਸਕਦੀ ਹੈ। ਸਗਰੇ ਤਰਾਸ ਪਾਏ ਹਟ ਰਹੇ, ਹੁਣ ਸਾਰੇ ਡਾਕੂ ਗੁਰੂ ਘਰ ਦੇ ਦੋਖੀ ਸੰਗਤਾਂ ਨੂੰ ਲੁੱਟਣ ਵਾਲੇ ਲੁਟੇਰੇ ਡਰ ਗਏ ਹਨ। ਕੋਮਲ ਬਾਕ ਬਿਲੋਕਤ ਕਹੇ, ਤੇ ਬਲਕਿ ਜਦੋਂ ਸੰਗਤ ਆਉਂਦੀ ਹੈ ਨਾ ਤੇ ਪਿੰਡਾਂ ਵਾਲੇ ਹੱਥ ਜੋੜ ਕੇ ਆਓ ਜੀ ਗੁਰੂ ਦੇ ਪਿਆਰਿਓ, ਜਲ ਪਾਣੀ ਛਕੋ, ਲੰਗਰ ਛਕੋ। ਉਹ ਬਲਕਿ ਸੇਵਾ ਕਰਦੇ ਨੇ। ਪਹਿਲਾਂ ਤੇ ਸੰਗਤ ਦੇ ਕੋਲੋਂ ਸਮਾਨ ਖੋਹ ਲੈਂਦੇ ਸੀ ਨਾ, ਪਰ ਹੁਣ ਜਦੋਂ ਦਾ ਛਿੱਤਰ ਫਿਰਿਆ ਹੁਣ ਹੱਥ ਜੋੜ ਜੋੜ ਕੇ ਤਰਲੇ ਕੱਢਦੇ ਆ ਵੀ ਸਾਡੇ ਪਿੰਡ ਚਰਨ ਪਾ ਕੇ ਜਾਓ ਤੇ ਜਲ ਪਾਣੀ ਛਕ ਕੇ ਜਾਓ। ਜੋਦਾ ਮਹਾਪ੍ਰਭੂ ਬਲ ਭਾਰਾ, ਤੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸ੍ਰੀ ਕਲਗੀਧਰ ਪਾਤਸ਼ਾਹ ਮਹਾਬਲੀ ਯੋਧੇ ਹਨ। ਗੁਰੂ ਮਰੈਲਾ ਕਰੈ ਉਚਾਰਾ, ਤੇ ਮਹਾਰਾਜ ਦਾ ਨਾਂ ਇਹਨਾਂ ਨੇ ਕੀ ਰੱਖ ਲਿਆ? ਮੁਰੈਲਾ ਗੁਰੂ। ਮੁਰੈਲਾ ਮੈਨੇ ਮਾਰ ਖੋਰਾ। ਇਹ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਜਿਵੇਂ ਸ਼ਬਦ ਲਿਖਿਆ, ਪਰ ਇਹਦੇ ਤੋਂ ਪਹਿਲਾਂ ਵੀ ਅਖਬਾਰ ਮੁਅੱਲਾ ਜਿਹੜੀ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਅਖਬਾਰ ਨਿਕਲਦੀ ਸੀ ਉਰਦੂ ਫਾਰਸੀ ਦੇ ਵਿੱਚ, ਉਹ ਫਾਰਸੀ ਦੇ ਵਿੱਚ ਅਖਬਾਰ ਛਪਦੀ ਨਹੀਂ ਸੀ, ਹੱਥ ਨਾਲ ਲਿਖਦੇ ਸੀ। ਹੱਥ ਨਾਲ ਲਿਖ ਕੇ ਤੇ ਉਹ ਅਖਬਾਰ ਜਾਂਦੀ ਕਿਹਦੇ ਕੋਲ? ਆਮ ਲੋਕਾਂ ਕੋਲ ਨਹੀਂ ਸੀ ਜਾਂਦੀ, ਵੱਡੇ ਵੱਡੇ ਅਫਸਰਾਂ ਕੋਲ, ਸੂਬੇਦਾਰਾਂ ਕੋਲ, ਜਿਵੇਂ ਸੂਬਾ ਸਰਹੰਦ ਕੋਲ, ਸੂਬਾ ਲਾਹੌਰ ਕੋਲ, ਸੂਬਾ ਮੁਲਤਾਨ ਕੋਲ ਅਖਬਾਰ ਜਾਂਦੀ ਸੀ। ਵੱਡੇ ਲੋਕ ਅਖਬਾਰਾਂ ਹਿੰਦੁਸਤਾਨ ਦੀਆਂ ਸਾਰੀਆਂ ਖਬਰਾਂ ਪੜ੍ਹ ਲੈਂਦੇ ਸੀ। ਇੱਕ ਤਰ੍ਹਾਂ ਦਾ ਉਸ ਵੇਲੇ ਦਾ ਮੀਡੀਆ ਦਾ ਇੰਨਾ ਕੀ ਸਾਧਨ ਸੀਗਾ। ਉਹ ਰਾਜਸਥਾਨ ਦੇ ਜੈਪੁਰ ਦੇ ਰਿਕਾਰਡ 'ਚ ਪਈ ਹੋਈ ਹੈ। ਡਾਕਟਰ ਗੰਡਾ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਦੇ ਬੜੇ ਵਿਦਵਾਨ ਹੋਏ ਨੇ, ਉਹਨਾਂ ਨੇ ਉਸ ਅਖਬਾਰ ਦੀ ਰਿਸਰਚ ਕੀਤੀ ਹੈ ਤੇ ਉਹਦੇ ਵਿੱਚ ਜੋ ਸ਼ਬਦ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਲਿਆਉਂਦਾ, ਉਹ ਆਉਂਦਾ ਮੁਰੈਲਾ ਗੁਰੂ। ਮੁਰੈਲੇ ਦਾ ਮਤਲਬ ਹੁੰਦਾ ਮਾਰ ਖੋਰਾ, ਡਾਢਾ ਗੁਰੂ। ਸਤਿਗੁਰੂ ਜੀ ਨੂੰ ਹੁਣ ਸਾਰੇ ਮੁਰੈਲਾ ਗੁਰੂ ਕਹਿਣ ਲੱਗ ਪਏ ਹਨ। ਕੋ ਸਮਰਤ ਤੇ ਸੰਗਤ ਛੇਰੇ, ਕਹਿੰਦੇ ਕਿਸੇ ਦੀ ਕੀ ਜੁਰਤ ਹੈ ਵੀ ਗੁਰੂ ਕਲਗੀਧਰ ਦੀ ਸੰਗਤ ਨੂੰ ਛੇੜ ਜਾਵੇ। ਹੁਣ ਜੋ ਛੇਰੇ ਨਿਜ ਜੀ ਨੇ ਬੇਰੇ, ਜਿਹੜਾ ਸੰਗਤ ਨੂੰ ਛੇੜੇਗਾ ਉਹ ਆਪਣੀ ਜਾਨ ਤੋਂ ਹੱਥ ਧੋ ਲਵੇਗਾ, ਉਹਨੂੰ ਕਲਗੀਆਂ ਵਾਲਾ ਪਾਤਸ਼ਾਹ ਸੋਧਾ ਲਾ ਦੇਵੇਗਾ। ਇਤਿਆਦਿਕ ਕਹਿ ਗ੍ਰਾਮ ਵਿਸਾਲੇ, ਇਸ ਤਰ੍ਹਾਂ ਪਿੰਡਾਂ ਦੇ ਲੋਕ ਗੱਲਾਂ ਕਰਦੇ ਨੇ ਰਾਸ ਤਰਹਿ ਪ੍ਰਭ ਤੇ ਸਭ ਕਾਲੇ, ਤੇ ਹਰ ਵੇਲੇ ਮਹਾਰਾਜ ਤੋਂ ਡਰਦੇ ਨੇ ਵੀ ਹੁਣ ਗੁਰੂ ਦੀ ਸੰਗਤ ਨਾਲ ਕੋਈ ਛੇੜਖਾਨੀ ਨਹੀਂ ਕਰਨੀ। ਪਸ਼ਚਮ ਦਿਸਤੇ ਸੰਗਤ ਆਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਹਾਰਾਜ ਕੋਲ ਸੰਗਤ ਆਈ ਹੈ ਪੱਛਮ ਵਾਲੇ ਪਾਸਿਓਂ, ਜਿਸ ਪਾਸੇ ਸੂਰਜ ਛਿਪਦਾ ਹੈ। ਵੈਸਟ ਨੂੰ ਆਪਾਂ ਪੰਜਾਬੀ 'ਚ ਪੱਛਮ ਕਹਿੰਦੇ ਆ। ਪੱਛਮ ਵਾਲੇ ਪਾਸਿਓਂ ਗੁਰੂ ਕੀ ਸੰਗਤ ਦਾ ਇੱਕ ਵੱਡਾ ਸਾਰਾ ਜਥਾ ਆਇਆ ਹੈ। ਦਰਸ਼ਨ ਕਰਨ ਅਦਕ ਧਿਆਨ ਧਨ ਲਿਆਈ, ਔਰ ਮਹਾਰਾਜ ਦੇ ਦਰਸ਼ਨਾਂ ਲਈ ਆਈ ਹੈ ਸੰਗਤ, ਤੇ ਬੜੀ ਭੇਟਾਵਾਂ ਤੇ ਮਾਇਆ ਦੇ ਗੱਫੇ ਤੇ ਘੋੜੇ ਤੇ ਸ਼ਸਤਰ ਤੇ ਬਸਤਰ ਲੈ ਕੇ ਆਈ ਹੈ। ਆਨ ਆਨੰਦਪੁਰ ਘਾਲਿਓ ਡੇਰਾ, ਸ੍ਰੀ ਅਨੰਦਪੁਰ ਸਾਹਿਬ ਆ ਕੇ ਸੰਗਤ ਨੇ ਡੇਰਾ ਕੀਤਾ ਹੈ, ਤੰਬੂ ਲਾ ਲਏ ਨੇ, ਸ਼ਮਿਆਨੇ ਤਾਣ ਲਏ ਨੇ। ਨਿਸਾ ਬਿਤਾਈ ਸੂਰਜ ਹੇਰਾ, ਰਾਤ ਉਹਨਾਂ ਨੇ ਬਿਤਾਈ ਹੈ, ਆਰਾਮ ਕੀਤਾ ਆਪਣੇ ਡੇਰੇ ਵਿੱਚ। ਅਗਲੇ ਦਿਨ ਜਦੋਂ ਸੂਰਜ ਚੜ੍ਹਿਆ ਹੈ, ਸੋਚ ਇਸਨਾਨ ਠਾਨ ਕਰ ਸਾਰੇ, ਸੋਚ ਇਸ਼ਨਾਨ ਠਾਨ ਕਰ ਸਾਰੇ। ਕਹਿੰਦੇ ਤਿਆਰ ਬਰ ਤਿਆਰ ਹੋ ਕੇ ਸੋਚ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦਰਸ਼ਨ ਕਰਬੇ ਹੇਤ ਉਚਾਰੇ, ਉਹ ਮਹਾਰਾਜ 10ਵੇਂ ਪਾਤਸ਼ਾਹ ਦੇ ਦਰਸ਼ਨਾਂ ਦੇ ਲਈ ਚੱਲੇ ਨੇ। ਸਭਾ ਸਥਾਨ ਗੁਰੂ ਚਲ ਆਏ, ਇਧਰ ਮਹਾਰਾਜ ਦਾ ਦਰਬਾਰ ਸਜ ਗਿਆ ਕਲਗੀਧਰ ਪਾਤਸ਼ਾਹ ਦਾ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜਿਆ ਔਰ ਦੂਜਾ ਕੌਣ ਧਿਆਈ ਹੈ। ਕਲਗੀਧਰ ਪਾਤਸ਼ਾਹ ਕਲਗੀ ਤੋੜੇ ਸਜਾ ਕੇ ਸ਼ਸਤਰ ਬਸਤਰ ਪਹਿਨ ਕੇ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਦਰਬਾਰ ਲਾ ਕੇ ਬੈਠੇ ਹਨ। ਸ਼ਸਤਰ ਬਸਤਰ ਜੁਤ ਅਦਕ ਸੁਹਾਏ, ਬੜੇ ਸੋਹਣੇ ਬਸਤਰ ਸ਼ਸਤਰ ਕਲਗੀਧਰ ਜੀ ਨੇ ਸਜਾਏ ਹੋਏ ਹਨ। ਲਗਿਓ ਦੀਵਾਨ ਖਾਲਸੇ ਕੇਰਾ, ਖਾਲਸੇ ਦਾ ਦੀਵਾਨ ਸਜ ਗਿਆ। ਗੁਰੂ ਦੀਆਂ ਫੌਜਾਂ ਸ਼ਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਦਰਬਾਰ 'ਚ ਹਾਜ਼ਰੀਆਂ ਭਰ ਰਹੀਆਂ ਨੇ। ਆਇਓਦ ਧਰ ਧਰ ਦਰਸ਼ਨ ਹੇਰਾ, ਗਾਤਰੇ 'ਚ ਢਾਲਾਂ ਤਲਵਾਰਾਂ ਬਰਛੇ ਬੰਦੂਕਾਂ ਫੜ ਕੇ ਸਿੰਘ ਆਉਂਦੇ ਨੇ, ਕਿਉਂਕਿ ਮਹਾਰਾਜ ਦਾ ਹੁਕਮ ਹੈ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ। ਜਦੋਂ ਵੀ ਮੇਰੇ ਦਰਬਾਰ 'ਚ ਆਉਣਾ ਖਾਲੀ ਹੱਥ ਨਹੀਂ ਆਉਣਾ, ਸ਼ਸਤਰ ਪਹਿਨ ਕੇ ਆਉਣਾ। ਸਾਰੇ ਸਿੰਘ ਸ਼ਸਤਰਾਂ ਨਾਲ ਲੈਸ ਹੋ ਕੇ ਆਏ ਨੇ। ਗਇਓ ਮੇਵੜਾ ਸੰਗਤ ਪਾਸ, ਤੇ ਸਾਧ ਸੰਗਤ ਜੀ ਅਰਦਾਸੀਆ ਗੁਰੂ ਕਾ ਮੇਵੜਾ ਸੰਗਤ ਨੂੰ ਖਬਰ ਦੇਣ ਜਾਂਦਾ ਹੈ।
ਕਿ ਜਿਹੜੇ ਜਿਹੜੇ ਡੇਰਿਆਂ 'ਚ ਸੰਗਤ ਉਤਰੀ ਉਹਨਾਂ ਨੂੰ ਪਤਾ ਲੱਗ ਜੇ ਵੀ ਦਰਬਾਰ ਸਜ ਗਿਆ ਭਾਈ, ਆ ਜਾਓ ਮਹਾਰਾਜ ਦੇ ਦਰਸ਼ਨ ਕਰ ਲਵੋ। ਦਰਸ਼ਨ ਕਰੋ ਚਲੋ ਜਿਹ ਪਿਆਸ। ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਹੈ, ਜਿਹੜੇ ਕਲਗੀਧਰ ਦੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਚੱਲ ਕੇ ਆਏ ਹੋ, ਆਓ ਭਾਈ ਪਾਤਸ਼ਾਹ ਦੇ ਦਰਸ਼ਨ ਕਰੋ। ਸੁਣ ਕਰ ਭਏ ਤਿਆਰ ਹਰ ਖਾਏ। ਗੁਰੂ ਦੇ ਸਿੱਖ ਬੜੇ ਖੁਸ਼ ਹੋਏ ਨੇ, ਬੜਾ ਚਾਹ ਚੜਿਆ ਹੈ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਦੇ ਦਰਸ਼ਨਾਂ ਦੀ ਚਾਹ ਲੈ ਕੇ ਸਿੱਖ ਤਿਆਰ ਹੋਏ ਨੇ। ਚਲੇ ਭੇਟ ਲੈ ਕਰ ਸਮੁਦਾਏ। ਵਧੀਆ ਵਧੀਆ ਤੋਹਫੇ, ਵਧੀਆ ਵਧੀਆ ਭੇਟਾਵਾਂ, ਚੰਗੇ ਚੰਗੇ ਬਸਤਰ, ਚੰਗੇ ਚੰਗੇ ਸ਼ਸਤਰ ਲੈ ਕੇ ਆਏ ਨੇ। ਸੰਗਤ ਮਹਿ ਇੱਕ ਖੱਤਰੀ ਆਇਓ। ਉਹ ਸੰਗਤ ਦੇ ਵਿੱਚ ਇੱਕ ਗੁਰੂ ਕਾ ਪਿਆਰਾ ਖੱਤਰੀ ਜਾਤੀ ਦਾ ਸਿੱਖ ਆਇਆ ਹੈ। ਕੰਨਿਆ ਗੁਰ ਅਰਪਣ ਹਿਤ ਲਿਆਇਓ। ਆਪਣੀ ਬੇਟੀ ਗੁਰੂ ਸਾਹਿਬਾਂ ਦੇ ਚਰਨਾਂ 'ਚ ਅਰਪਣ ਕਰਨ ਵਾਸਤੇ ਲੈ ਕੇ ਆਇਆ ਹੈ। ਰਾਵਾ ਗੋਤ ਬਸਹਿ ਰਵਤਾਸ। ਉਹ ਰੋਹਤਾਸ ਤੋਂ ਆਇਆ ਹੈ। ਰਾਵਾ ਉਹਦਾ ਗੋਤ ਹੈ। ਭਾਈ ਕਾਹਨ ਸਿੰਘ ਨੇ ਬਸੀ ਗੋਤ ਲਿਖਿਆ, ਪਰ ਭਾਈ ਸੰਤੋਖ ਸਿੰਘ ਜੀ ਨੇ ਰਾਵਾ ਗੋਤ ਲਿਖਿਆ। ਉਹ ਰੋਹਤਾਸ ਤੋਂ ਚੱਲ ਕੇ ਆਇਆ ਹੈ। ਡੋਰੇ ਮਹਿ ਬਿਠਾਏ ਤਨ ਜਾਸੋ। ਕਹਿੰਦੇ ਉਹ ਆਪਣੀ ਬੇਟੀ ਦਾ ਡੋਲਾ ਲੈ ਕੇ ਆਇਆ। ਜਿਵੇਂ ਪੁਰਾਣੇ ਜ਼ਮਾਨੇ ਵਿੱਚ ਬੇਟੀਆਂ ਵਿਆਹੁੰਦੇ ਸੀ ਨਾ, ਤੇ ਉਹ ਡੋਲੇ 'ਚ ਪਾ ਕੇ ਤੋਰਦੇ ਸੀ। ਉਹ ਰਾਮੂ ਖੱਤਰੀ, ਰੋਹਤਾਸ ਦਾ ਰਹਿਣ ਵਾਲਾ, ਗੁਰੂ ਘਰ ਦਾ ਪ੍ਰੇਮੀ, ਆਪਣੀ ਬੱਚੀ ਦਾ ਡੋਲਾ ਗੁਰੂ ਘਰ 'ਚ ਭੇਟਾ ਕਰਨ ਲਈ ਲੈ ਕੇ ਆਇਆ ਹੈ। ਸਭਾ ਸਥਾਨ ਕਿਰਪਾਲ ਸੁਹਾਏ। ਸ੍ਰੀ ਕਲਗੀਧਰ ਪਾਤਸ਼ਾਹ ਦਰਬਾਰ ਦੇ 'ਚ ਸਜੇ ਹਨ। ਸਕਲ ਆਏ ਤਹਿ ਦਰਸ਼ਨ ਪਾਏ। ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਹਨ। ਅਰਪ ਅਰਪ ਕਰ ਅਨਕ ਅਕੋਰ। ਔਰ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸੰਗਤਾਂ ਨੇ ਚਰਨਾਂ 'ਚ ਅਰਪਣ ਕੀਤੀਆਂ ਹਨ। ਪਦ ਅਰਬਿੰਦ ਬੰਦ ਕਰ ਜੋਰ। ਔਰ ਸਤਿਗੁਰੂ ਦੇ ਪਾਵਨ ਚਰਨ ਕਮਲਾਂ ਤੇ ਬੜੀ ਸ਼ਰਧਾ ਨਾਲ ਸਿੱਖਾਂ ਨੇ ਮੱਥਾ ਟੇਕਿਆ ਹੈ। ਰਾਵਾ ਖੱਤਰੀ ਸਿੱਖ ਕਰ ਬੰਦ। ਭਾਈ ਰਾਮੂ ਰਾਵਾ, ਜੋ ਰੋਹਤਾਸ ਦਾ ਰਹਿਣ ਵਾਲਾ ਗੁਰੂ ਕਾ ਪ੍ਰੇਮੀ ਸਿੱਖ, ਹੱਥ ਜੋੜ ਕੇ ਖਲੋ ਗਿਆ। ਠੰਡੋ ਆਗੇ ਭਇਓ ਮੁਕੰਦ। ਕਲਗੀਧਰ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਭਾਈ ਰਾਮੂ ਖੜਾ ਹੈ। ਹੇ ਪ੍ਰਭ ਮੈਂ ਹਾਂ ਸਰਣ ਤੁਹਾਰੀ। ਹੇ ਸੱਚੇ ਪਾਤਸ਼ਾਹ, ਹੇ ਕਲਗੀਧਰ ਸਤਿਗੁਰੂ ਦੀਨ ਦਿਆਲ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ ਮਹਾਰਾਜ, ਮੈਂ ਆਪ ਜੀ ਦਾ ਨਿਮਾਣਾ ਜਾਂ ਸੇਵਕ ਹਾਂ, ਤੇ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ। ਕਹਿਓ ਆਸਰਾ ਰਾਵਰ ਭਾਰੀ। ਮਹਾਰਾਜ, ਮੈਂ ਆਪ ਦਾ ਆਸਰਾ ਤੱਕਿਆ ਹੈ। ਸੰਸਾਰ ਦੇ ਸਾਰੇ ਆਸਰੇ ਛੱਡ ਕੇ, ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਹਾਂਜੀ, ਨਿਜ ਕੰਨਿਆ ਮੈਂ ਲੈ ਕਰ ਆਇਓ। ਮੈਂ ਆਪਣੀ ਬੇਟੀ ਨੂੰ ਲੈ ਕੇ ਆਇਆ ਹਾਂ। ਗੁਰਦਾਸੀ ਕਰਬੇ ਲਲਚਾਇਓ। ਮੈਂ ਆਪਣੀ ਬੇਟੀ ਨੂੰ ਆਪ ਜੀ ਦੇ ਚਰਨਾਂ ਦੀ ਦਾਸੀ ਬਣਾਉਣ ਵਾਸਤੇ ਲਿਆਇਆ। ਉਹ ਤੁਹਾਡੇ ਚਰਨਾਂ ਦੀ ਸੇਵਾ ਕਰੇ। ਚਿਰੰਕਾਲ ਕੋ ਮੈਂ ਉਰ ਧਾਰਾ। ਮੈਂ ਬੜੇ ਚਿਰਾਂ ਤੋਂ, ਲੰਮੇ ਸਮੇਂ ਤੋਂ ਮਨ ਵਿੱਚ ਸ਼ਰਧਾ ਰੱਖੀ ਸੀ। ਜਦੋਂ ਮੇਰੇ ਘਰ ਸੰਤਾਨ ਨਹੀਂ ਸੀ ਹੁੰਦੀ, ਤੇ ਸਾਡੇ ਸ਼ਹਿਰ ਰੋਹਤਾਸ ਦੇ ਬਾਹਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਚੋਹਾ ਸਾਹਿਬ, ਜਿੱਥੇ ਮਹਾਰਾਜ ਨੇ ਆਪਣੀ ਕਲਾ ਨਾਲ ਗੁਰੂ ਨਾਨਕ ਦੇਵ ਜੀ ਨੇ ਧਰਤੀ 'ਚੋਂ ਜਲ ਪ੍ਰਗਟ ਕੀਤਾ ਸੀ। ਉਹ ਸਾਹਿਬ ਸੱਚੇ ਪਾਤਸ਼ਾਹ ਦਾ ਚੋਹਾ ਚੱਲਦਾ ਹੈ। ਸੰਗਤਾਂ ਉੱਥੇ ਇਸ਼ਨਾਨ ਕਰਦੀਆਂ ਤੇ ਉੱਥੇ ਬਾਣੀ ਪੜ੍ਹਦੀਆਂ, ਤੇ ਗੁਰੂ ਨਾਨਕ ਦੇਵ ਜੀ ਦਾ ਸਥਾਨ ਬਣਿਆ ਹੋਇਆ ਸੀ। ਉੱਥੇ ਮੈਂ ਅਰਦਾਸ ਕੀਤੀ, ਮਹਾਰਾਜ ਮੈਨੂੰ ਸੰਤਾਨ ਦੇ ਦਿਓ। ਜੇ ਮੇਰੇ ਘਰ ਪਹਿਲੀ ਬੇਟੀ ਹੋਈ ਤੇ ਮੈਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੀ ਦਾਸੀ ਬਣਾਵਾਂਗਾ। ਇਹ ਮੈਂ ਅਰਦਾਸ ਕੀਤੀ ਸੀ, ਤੇ ਮੈਨੂੰ ਮਹਾਰਾਜ ਬੇਟੀ ਦੀ ਦਾਤ ਮਿਲੀ ਸੀ। ਇਹੀ ਮਨੋਰਥ ਫਲੈ ਉਦਾਰਾ। ਇਹ ਮੇਰਾ ਮਨੋਰਥ ਸੀ, ਤੇ ਮਹਾਰਾਜ ਇਸ ਮਨੋਰਥ ਨੂੰ ਗੁਰੂ ਨਾਨਕ ਨੇ ਭਾਗ ਲਾਏ। ਮੇਰੇ ਘਰ ਬੇਟੀ ਦੀ ਦਾਤ ਦਿੱਤੀ, ਮੇਰੇ ਘਰ ਧੀ ਦਾ ਜਨਮ ਹੋਇਆ। ਸੇਵ ਹੈ ਸੇਵ ਆਪ ਕੀ ਸਦਾ। ਸੱਚੇ ਪਾਤਸ਼ਾਹ, ਗਰੀਬ ਨਵਾਜ ਸਤਿਗੁਰੂ, ਮੈਂ ਆਪਣੀ ਬੇਟੀ ਨੂੰ ਲੈ ਕੇ ਆਇਆ। ਇਹਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਤੇ ਸਦਾ ਹੀ ਤੁਹਾਡੀ ਸੇਵਾ ਕਰਦੀ ਰਵੇ। ਕਰਹਿ ਕ੍ਰਿਤਾਰਥ ਕੁਲ ਕੋ ਤਦਾ। ਮੇਰੀ ਕੁੱਲ ਸਫਲੀ ਹੋ ਜਾਏਗੀ, ਕਿਉਂਕਿ ਜਿਹੜੀ ਕੁੱਲ ਵਿੱਚ ਰੱਬ ਦੇ ਪਿਆਰੇ ਸੰਤ ਭਗਤ ਮਹਾਂਪੁਰਸ਼ ਬੰਦਗੀ ਵਾਲੇ ਪੈਦਾ ਹੋ ਜਾਂਦੇ ਆ ਨਾ, ਉਹ ਕੁੱਲ ਤਰ ਜਾਂਦੀ ਹੈ। ਉਹ ਕੱਲਾ ਨਹੀਂ ਤਰਦਾ, 21 ਕੁਲਾਂ ਤਰ ਜਾਂਦੀਆਂ। ਪ੍ਰਹਲਾਦ ਜਨ ਕੇ ਹਰ ਜਿਉ 21 ਕੁਲ ਉਧਾਰੇ।
ਮੇਰੀ ਕੁੱਲ ਸਤਰ ਜਾਏਗੀ ਸੱਚੇ ਪਾਤਸ਼ਾਹ ਜੇ ਮੇਰੀ ਬੇਟੀ ਨੂੰ ਸੇਵਾ ਵਿੱਚ ਪ੍ਰਵਾਨ ਕਰ ਲਵੋਗੇ। ਮਨੋ ਕਾਮਨਾ ਪ੍ਰਹੋ ਗੁਸਾਈ, हे ਮਹਾਰਾਜ, हे ਗਰੀਬ ਨਵਾਜ, ਮੇਰੀ ਮਨੋ ਕਾਮਨਾ ਪੂਰੀ ਕਰੋ। ਵਾਂਛਤ ਸਿੱਖ ਆਪ ਤੇ ਪਾਈ, ਕਿਉਂਕਿ ਮੈਂ ਆਪ ਜੀ ਦਾ ਸਿੱਖ ਹਾਂ ਤੇ ਮੈਂ ਹੋਰ ਕਿਤੇ ਜਾ ਨਹੀਂ ਸਕਦਾ। ਜੋ ਮੰਗਣਾ ਤੁਹਾਡੇ ਕੋਲੋਂ ਹੀ ਮੰਗਣਾ, ਤੇ ਤੁਸੀਂ ਮੇਰੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਸਤਿਗੁਰੂ ਜੀ। ਇਮ ਬਿਨਤੀ ਸੁਨ ਕੈ ਸਿੱਖ ਕੇਰੀ, ਇਹ ਸਿੱਖ ਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਮੁਖ ਤੇ ਬੋਲੇ ਤਿਸ ਬੇਰੀ, ਆਪਣੇ ਸੁਭਾਏਮਾਨ ਸੁੰਦਰ ਮੁਖ ਤੋਂ ਇਉਂ ਬੋਲੇ ਸੱਚੇ ਪਾਤਸ਼ਾਹ ਜੀ। ਜਬ ਕੀ ਹਮ ਦੇਵੀ ਬਿਦਤਾਈ, ਮਹਾਰਾਜ ਕਹਿਣ ਲੱਗੇ, ਭਾਈ ਸਿੱਖਾ, ਜਦੋਂ ਦੀ ਅਸੀਂ ਚੰਡੀ ਪ੍ਰਗਟ ਕੀਤੀ ਹੈ, ਜਦੋਂ ਦੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਤੱਖ ਕਰਕੇ ਅਸੀਂ ਵਰ ਲਿਆ ਹੈ, ਇਹ ਖਾਲਸਾ ਪੰਥ ਸਾਜਿਆ ਹੈ। ਦਰਸ਼ਨ ਕਰਿਓ ਕਾਲ ਕਾ ਮਾਈ, ਉਹ ਚੰਡੀ ਦੇ ਅਸੀਂ ਦਰਸ਼ਨ ਕੀਤੇ ਹਨ। ਉਹ ਅਕਾਲ ਪੁਰਖ ਦੀ ਜੋਤ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਉਹ ਆਦ ਸ਼ਕਤੀ ਨੂੰ ਅਸੀਂ ਜਦੋਂ ਦਾ ਪ੍ਰਤੱਖ ਕਰਕੇ ਵੇਖਿਆ ਹੈ, ਸਭ ਕੋ ਗ੍ਰਸਤ ਕਰਨ ਹਮ ਛੋਰਾ, ਉਸ ਦਿਨ ਤੋਂ ਅਸੀਂ ਗ੍ਰਸਤ ਦੇ ਝਮੇਲੇ ਛੱਡ ਦਿੱਤੇ ਹਨ। ਅਸੀਂ ਗ੍ਰਸਤ ਵਿੱਚ ਨਹੀਂ ਪ੍ਰਵੇਸ਼ ਕਰਦੇ। ਬ੍ਰਹਮਚਰਜ ਮਹਿ ਨਿਤ ਮਨ ਜੋਰਾ, ਅਸੀਂ ਬ੍ਰਹਮਚਰਜ ਧਾਰਨ ਕੀਤਾ ਹੈ, ਕਮਰ ਕਸਾ ਕਰ ਲਿਆ ਹੈ। ਕਿਆ ਤੇ ਬਨੈ ਨਹੀਂ ਇਹ ਬਾਤ, ਇਸ ਕਰਕੇ ਭਾਈ ਸਿੱਖਾ, ਹੁਣ ਅਸੀਂ ਆਨੰਦ ਕਾਰਜ ਨਹੀਂ ਕਰਾ ਸਕਦੇ, ਵਿਆਹ ਨਹੀਂ ਕਰਾ ਸਕਦੇ ਹੋਰ। ਸਪਿਓ ਬ੍ਰਿਤਾਂਤ ਨਾ ਸਭ ਵਿਖਿਆਤ, ਔਰ ਇਹ ਸਭ ਨੂੰ ਪਤਾ ਹੈ, ਇਹ ਸਾਰਾ ਪੰਥ ਜਾਣਦਾ ਹੈ ਵੀ ਜਦੋਂ ਦਾ ਅਸੀਂ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਕਰਕੇ, ਆਦ ਸ਼ਕਤੀ ਚੰਡਕਾ ਨੂੰ ਪ੍ਰਗਟ ਕਰਕੇ ਖਾਲਸਾ ਸਾਜਿਆ ਹੈ, ਅਸੀਂ ਬ੍ਰਹਮਚਰਜ ਧਾਰਨ ਕਰ ਲਿਆ ਹੈ। ਇਹ ਸੁਣ ਸਿੱਖ ਕੈ ਬਹੁ ਦੁਚਿਤਾਈ, ਇਹ ਸੁਣ ਕੇ ਸਿੱਖ ਵਿਚਾਰਾ ਦੁਬਦਾ 'ਚ ਪੈ ਗਿਆ। ਸਿੱਖ ਜਿਹੜੀ ਮਨ ਦੇ ਵਿੱਚ ਸ਼ਰਧਾ ਲੈ ਕੇ ਆਇਆ ਸੀ ਨਾ, ਉਹ ਸਾਰੀ ਉਹਦੀ ਮਨ ਦੀ ਇੱਕ ਵਾਰੀ ਬਿਰਤੀ ਉਖੜ ਗਈ। ਕਠਨ ਬਣੀ ਬਿਦ ਕਿਮ ਬਨਿਆਈ, ਕਹਿੰਦਾ ਬੜਾ ਔਖਾ ਬਣ ਗਿਆ ਕੰਮ, ਹੁਣ ਕੀ ਬਣੇਗਾ, ਹੁਣ ਕੀ ਹੋਵੇਗਾ। ਮੈਂ ਤਾਂ ਬੜੀ ਸ਼ਰਧਾ ਨਾਲ ਆਇਆ ਸੀ ਕਿ ਮੇਰੀ ਬੇਟੀ ਕਲਗੀਧਰ ਪਾਤਸ਼ਾਹ ਦੀ ਦਾਸੀ ਬਣੇਗੀ, ਪਰ ਮਹਾਰਾਜ ਤਾਂ ਜਵਾਬ ਦੇ ਰਹੇ ਹਨ। ਨੀਚੇ ਮੁਖ ਕਰ ਥਿਰਿਓ ਅਗਾਰੀ, ਭਾਈ ਰਾਮੂ ਸਿਰ ਨੀਵਾਂ ਕਰਕੇ ਸੋਚਾਂ 'ਚ ਪੈ ਗਿਆ। ਜੋਰੇ ਹਾਥ ਕਸ਼ਟ ਉਰ ਭਾਰੀ, ਹੱਥ ਜੋੜੇ ਨੇ, ਸਿਰ ਨੀਵਾਂ ਹੈ ਤੇ ਬੜੇ ਕਸ਼ਟ ਵਿੱਚ, ਬੜੇ ਦੁੱਖ ਵਿੱਚ ਸੋਚਾਂ ਸੋਚ ਰਿਹਾ ਹੈ। ਚਿਤਕ ਸਮੇਂ ਲੋ ਕੀਨ ਵਿਚਾਰਾ, ਕੁਝ ਸਮਾਂ ਉਹਨੇ ਆਪਣੇ ਮਨ 'ਚ ਵਿਚਾਰ ਕੀਤੀ। ਗੁਣ ਬਿਨਤੀ ਕੇ ਸਹਿਤ ਉਚਾਰਾ, ਫਿਰ ਉਹਨੇ ਬੇਨਤੀ ਕੀਤੀ, ਮਹਾਰਾਜ ਨੂੰ ਕਹਿਣ ਲੱਗਾ, ਪ੍ਰਭ ਜੀ ਸੁਣੀਐ ਹੈ ਬਹੁ ਵਿਪਰੀਤ, ਹੇ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ ਜੀ, ਬੜਾ ਔਖਾ ਹੋ ਗਿਆ, ਮੇਰੇ ਵਾਸਤੇ ਤਾਂ ਬੜੀ ਵੱਡੀ ਸਮੱਸਿਆ ਬਣ ਗਈ ਹੈ। ਮੁਝ ਕੋ ਭਈ ਦੇਤ ਦੁਖ ਚੀਤ, ਮਹਾਰਾਜ, ਇਹ ਜਿਹੜਾ ਬਚਨ ਆਪ ਜੀ ਨੇ ਕਿਹਾ ਹੈ, ਇਹ ਮੇਰੇ ਵਾਸਤੇ ਬੜਾ ਦੁਖਦਾਈ ਹੈ। ਇੱਕ ਪਿਓ ਹੀ ਜਾਣਦਾ ਧੀ ਦਾ ਦੁੱਖ ਕੀ ਹੁੰਦਾ। ਮਹਾਰਾਜ, ਮੈਂ ਬੇਟੀ ਵਾਲਾ ਹਾਂ ਤੇ ਮੈਂ ਆਪਣੀ ਬੇਟੀ ਗੁਰੂ ਦੇ ਚਰਨਾਂ ਦੀ ਦਾਸੀ ਬਣਾਉਣ ਦੀ ਪ੍ਰਤਿੱਗਿਆ ਕਰ ਚੁੱਕਾ ਹਾਂ। ਜਬ ਤੇ ਮੈਂ ਉਰ ਮੈਂ ਇਮ ਧਰੀ, ਜਦੋਂ ਦੀ ਮੈਂ ਆਪਣੇ ਮਨ ਵਿੱਚ ਇਹ ਗੱਲ ਸੋਚੀ ਸੀ, ਅਰਦਾਸ ਕੀਤੀ ਸੀ ਕਿ ਮੇਰੇ ਘਰ ਬੇਟੀ ਹੋਵੇਗੀ ਤੇ ਮੈਂ ਗੁਰੂ ਘਰ ਦੇ ਵਿੱਚ ਭੇਟਾ ਕਰਾਂਗਾ, ਹੋਰ ਕਿਤੇ ਨਹੀਂ ਵਿਆਹਾਂਗਾ, ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਪੇਸ਼ ਕਰਾਂਗਾ, ਮਹਾਰਾਜ ਕਲਗੀਧਰ ਪਾਤਸ਼ਾਹ ਦੀ ਦਾਸੀ ਬਣੇਗੀ। ਇਹ ਮੈਂ ਇਕੱਲੇ ਨੇ ਅਰਦਾਸ ਨਹੀਂ ਸੀ ਕੀਤੀ, ਸਾਡੇ ਸ਼ਹਿਰ ਦੇ ਸੈਂਕੜੇ ਸਿੱਖਾਂ ਨੇ ਅਰਦਾਸ ਕੀਤੀ ਸੀ। ਉਹ ਅਰਦਾਸ ਪੂਰੀ ਹੋਈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤੀ ਦਰਗਾਹ ਦੇ ਵਿੱਚ। ਕੰਨਿਆ ਗੁਰ ਕੋ ਅਰਪਣ ਕਰੀ, ਮੈਂ ਗੁਰੂ ਨੂੰ ਬੇਟੀ ਅਰਪਣ ਕਰ ਦਿੱਤੀ ਹੈ। ਇਹ ਇਕੱਲਾ ਮੈਂ ਨਹੀਂ ਜਾਣਦਾ, ਸਾਡਾ ਸਾਰਾ ਇਲਾਕਾ ਜਾਣਦਾ ਹੈ। ਤਬ ਕੀ ਮਾਤਾ ਸਮ ਸਭ ਕੇਰੀ, ਉਸ ਦਿਨ ਤੋਂ ਸਾਡੇ ਸ਼ਹਿਰ ਦਾ ਹਰ ਬੁੱਢਾ, ਜਵਾਨ ਤੇ ਬੱਚਾ, ਹਰ ਬੀਬੀ ਇਸ ਮੇਰੀ ਧੀ ਨੂੰ ਮਾਤਾ ਜੀ ਕਹਿੰਦੇ ਆ। ਸਾਰੇ ਇਲਾਕੇ ਦੇ ਸਿੱਖ ਇਹਨੂੰ ਮਾਤਾ ਕਰਕੇ ਜਾਣਦੇ ਆ। ਇਹ ਅਜੇ ਗੋਦੀ 'ਚ ਖੇਡਦੀ ਸੀ, ਉਦੋਂ ਤੋਂ ਮਾਤਾ ਕਹਿੰਦੇ ਇਹਨੂੰ ਸਾਰੇ। ਮਨ ਸੁਭਾਵਨਾ ਕੀਨ ਬਡੇਰੀ, ਕਿਉਂਕਿ ਸਾਰਿਆਂ ਦੇ ਮਨ ਦੀ ਭਾਵਨਾ ਬਣ ਚੁੱਕੀ ਆ ਵੀ ਇਹ ਗੁਰੂ ਪਤਨੀ ਬਣੇਗੀ, ਇਹ ਗੁਰੂ ਸਾਹਿਬ ਦੇ ਚਰਨਾਂ ਦੀ ਦਾਸੀ ਬਣੇਗੀ। ਮਹਾਰਾਜ, ਇਸ ਕਰਕੇ ਸਾਡੀ ਬੇਟੀ ਨੂੰ ਸਾਰੇ ਮਾਤਾ ਜੀ ਕਰਕੇ ਸੱਦਦੇ ਹਨ। ਜਿਸੀ ਦੇਸ਼ ਮਹਿ ਮੋਹਿ ਅਵਾਸਾ, ਜਿਹੜੇ ਦੇਸ਼ ਵਿੱਚ ਮੈਂ ਰਹਿੰਦਾ ਹਾਂ, ਰੋਹਤਾਸ ਦੇ ਇਲਾਕੇ ਵਿੱਚ,
ਸਭਨ ਬਿਖੈ ਇਮ ਭਈ ਪ੍ਰਕਾਸ਼ਾ ਉੱਥੇ ਸਾਰੇ ਸਿੱਖਾਂ ਨੂੰ ਇਹ ਪਤਾ ਹੈ। ਕੇਤਕ ਬਰਸ ਭਏ ਮੁਖ ਕਹਤੇ ਇਹ ਕਈ ਸਾਲ ਹੋ ਗਏ ਨੇ, ਲਗਭਗ 17 ਸਾਲ ਹੋ ਗਏ ਨੇ। ਸਾਰੇ ਇਲਾਕੇ ਦੀ ਸੰਗਤ ਬੱਚੀ ਜਦੋਂ ਦੀ ਜਨਮੀ ਹੈ ਉਦੋਂ ਦੀ ਕਹਿੰਦੇ ਨੇ ਵੀ ਇਹ ਗੁਰੂ ਸਾਹਿਬ ਦੇ ਮਹਿਲ ਬਣਨੇ ਹਨ, ਇਹ ਸਾਡੇ ਸਾਰਿਆਂ ਦੇ ਮਾਤਾ ਜੀ ਬਣਨੇ ਹਨ। ਲਿਆਵਨ ਹੇਤ ਰਹੇ ਨਿਤ ਚਹਤੇ ਤੇ ਮਹਾਰਾਜ ਇਹਨੂੰ ਅਸੀਂ ਗੁਰੂ ਘਰ ਚ ਲਿਆਉਣਾ ਚਾਹੁੰਦੇ ਸੀ। ਅੱਜ ਜਾਂਦੇ ਆ, ਕੱਲ ਜਾਂਦੇ ਆ, ਇਸ ਤਰ੍ਹਾਂ ਕਰਦਿਆਂ ਕਰਦਿਆਂ 16-17 ਸਾਲ ਬੀਤ ਗਏ ਨੇ। ਅਬ ਮਮ ਘਰ ਮੈਂ ਰਹਿ ਕੁਮਾਰੀ ਹੁਣ ਮਹਾਰਾਜ ਇਹ ਜਵਾਨ ਹੈ, ਵਿਆਹਣ ਜੋਗੀ ਹੈ, ਪਰ ਇਹਦੇ ਨਾਲ ਕਿਸੇ ਹੋਰ ਨੇ ਵਿਆਹ ਨਹੀਂ ਕਰਾਉਣਾ। ਇਹ ਕਿਸੇ ਦੀ ਹੁਣ ਪਤਨੀ ਨਹੀਂ ਬਣ ਸਕਦੀ। ਕਿਉਂ? ਜਿਹੜਾ ਵੀ ਸਿੱਖ ਦੇ ਘਰ ਅਸੀਂ ਰਿਸ਼ਤਾ ਦਿਆਂਗੇ ਉਹ ਕਹੇਗਾ ਇਹਦੇ ਮਾਤਾ ਹੈ, ਮਾਤਾ ਨਾਲ ਕੌਣ ਵਿਆਹ ਕਰਾਵੇ। ਇਹ ਹੁਣ ਸਾਰੀ ਉਮਰ ਮੇਰੇ ਘਰ ਕੁਆਰੀ ਰਹੇਗੀ। ਕੁਆਰੀ ਧੀ ਬੂਹੇ ਤੇ ਬੈਠੀ ਹੋਵੇ, ਬਾਪ ਵਾਸਤੇ ਬੜਾ ਵੱਡਾ ਦੁੱਖ ਹੁੰਦਾ। ਮਹਾਰਾਜ ਇਹ ਸਾਰੀ ਜ਼ਿੰਦਗੀ ਮੈਂ ਦੁੱਖ ਕਿਵੇਂ ਵੇਖਾਂਗਾ। ਕੋ ਕਰ ਸਕਹਿ ਨਾ ਅੰਗੀਕਾਰੀ ਕੋਈ ਇਹਨੂੰ ਅੰਗੀਕਾਰ ਨਹੀਂ ਕਰ ਸਕਦਾ, ਕੋਈ ਮੇਰੀ ਬੇਟੀ ਨੂੰ ਪਰਣਾ ਨਹੀਂ ਸਕਦਾ, ਵਿਆਹ ਨਹੀਂ ਸਕਦਾ ਹੁਣ। ਮਾਤਾ ਕੇਸਮ ਰੱਖਹਿ ਭਾਊ ਕਿਉਂਕਿ ਸਾਰੇ ਸਿੱਖ, ਸਾਰੀ ਬਰਾਦਰੀ, ਸਾਰਾ ਭਾਈਚਾਰਾ, ਸਾਰਾ ਸਮਾਜ ਇਹਨੂੰ ਮਾਤਾ ਜੀ ਮਾਤਾ ਜੀ ਮਾਤਾ ਜੀ ਕਹਿੰਦੇ ਹਨ। ਬੰਧਨ ਠਾਨਹਿ ਹੋਤ ਅਗਾਊ ਜਦੋਂ ਇਹ ਗਲੀ ਚੋਂ ਲੰਘਦੀ ਹੈ ਤੇ ਲੋਕ ਹੱਥ ਜੋੜ ਕੇ ਖਲੋ ਜਾਂਦੇ ਨੇ ਕਿ ਮਾਤਾ ਜੀ ਜਾ ਰਹੇ ਨੇ। ਸਾਰੇ ਮੱਥਾ ਟੇਕਦੇ ਨੇ। ਅਸੀਂ ਵੀ ਇਹਨੂੰ ਮਾਤਾ ਜੀ ਕਹਿੰਦੇ ਆ, ਸਾਡੀ ਧੀ ਹੈ। ਪਰ ਕਿਉਂ? ਕਿਉਂਕਿ ਅਸੀਂ ਅਰਦਾਸ ਕੀਤੀ ਹੈ ਵੀ ਗੁਰੂ ਪਤਨੀ ਬਣਨੀ ਹੈ। ਇਸ ਕਰਕੇ ਸਾਡਾ ਸਾਰਾ ਹੀ ਸਿੱਖ ਸਮਾਜ, ਸਾਡਾ ਸਾਰਾ ਇਲਾਕਾ ਇਹਨੂੰ ਮਾਤਾ ਜੀ ਮਾਤਾ ਜੀ ਮਾਤਾ ਜੀ ਕਰਕੇ ਸੱਦਦੇ ਨੇ। ਜਬ ਕੋ ਨਾਮ ਤੁਮਾਰੋ ਲਿਓ ਜਦੋਂ ਦਾ ਮਹਾਰਾਜ ਇਹਦਾ ਨਾਂ ਤੁਹਾਡੇ ਨਾਲ ਜੁੜ ਗਿਆ ਹੈ, ਜਦੋਂ ਦਾ ਨਾਂ ਇਸ ਗੱਲ ਵਿੱਚ ਆਇਆ ਵੀ ਇਹ ਬੱਚੀ ਨੇ ਗੁਰੂ ਦੀ ਪਤਨੀ ਬਣਨਾ ਹੈ, ਤਬ ਕੋ ਹੀ ਸਭ ਮਹਿ ਬਿਦਤਿਓ ਉਸ ਦਿਨ ਤੋਂ ਹੀ ਇਹ ਪ੍ਰਗਟ ਹੋ ਚੁੱਕਾ ਹੈ, ਇਹ ਮਾਤਾ ਹੈ। ਜੇ ਮਮ ਘਰ ਮਹਿ ਥਰੈ ਕੁਮਾਰੀ ਮਹਾਰਾਜ ਜੇ ਮੇਰੇ ਘਰ ਚ ਕੁਆਰੀ ਬੈਠੀ ਰਹੀ ਸਭ ਕੋ ਹੋਏ ਕਲੇਸ਼ ਤਬ ਭਾਰੀ ਤਾਂ ਸਾਰਿਆਂ ਨੂੰ ਦੁੱਖ ਹੋਵੇਗਾ, ਮੈਨੂੰ ਤੇ ਹੋਵੇਗਾ, ਤੇ ਮੇਰੇ ਇਲਾਕੇ ਦੇ ਸਾਰੇ ਸਿੱਖਾਂ ਦਾ ਵੀ ਮਨ ਟੁੱਟੇਗਾ। ਜਾਂ ਤੇ ਆਪ ਕਿਰਪਾ ਉਰ ਧਰੀ ਹੈ। ਹੇ ਸੱਚੇ ਪਾਤਸ਼ਾਹ, ਮੇਰੀ ਗਰੀਬ ਦੀ ਅਰਦਾਸ ਹੈ, ਸਾਡੇ ਇਲਾਕੇ ਦੇ ਸਾਰੇ ਸਿੱਖਾਂ ਦੀ ਬੇਨਤੀ ਹੈ, ਕਿਰਪਾ ਕਰੋ, ਬਖਸ਼ਿਸ਼ ਕਰੋ ਪਾਤਸ਼ਾਹ ਕਲਗੀਧਰ ਜੀ। ਅੰਗੀਕਾਰ ਸੁਤਾ ਮਮ ਕਰੀਐ ਹੈ। ਮੇਰੀ ਬੇਟੀ ਦਾ ਡੋਲਾ ਅੰਗੀਕਾਰ ਕਰ ਲਓ, ਮੇਰੀ ਬੇਟੀ ਦਾ ਡੋਲਾ ਵਾਪਸ ਨਾ ਭੇਜੋ ਸਤਿਗੁਰੂ ਜੀ। ਤਜੋ ਗ੍ਰਸਤ ਤੋ ਭੀ ਰਹਿ ਪਾਸ ਜੇ ਆਪਨੇ ਗ੍ਰਸਤ ਤਿਆਗ ਦਿੱਤਾ ਤਾਂ ਮੇਰੀ ਧੀ ਕੁਆਰੀ ਰਹਿ ਕੇ ਵੀ ਗੁਰੂ ਘਰ ਦੀ ਸੇਵਾ ਕਰ ਲਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਇਹ ਗੱਲ ਕਹਿਣੀ ਬੜੀ ਸੌਖੀ ਹੈ, ਪਰ ਇਹਨੂੰ ਨਿਭਾਉਣਾ ਧੰਨ ਮਾਤਾ ਸਾਹਿਬ ਦੇਵਾਂ ਜੀ ਦੇ ਹਿੱਸੇ ਆਇਆ ਹੈ। ਨਮਸਕਾਰ ਹੈ ਖਾਲਸੇ ਦੀ ਉਸ ਮਾਂ ਨੂੰ। ਕਹਿਣ ਲੱਗੇ ਮੇਰੀ ਬੇਟੀ ਕੁਆਰੀ ਰਹਿ ਕੇ ਵੀ ਪਾਤਸ਼ਾਹ ਤੁਹਾਡੇ ਚਰਨਾਂ 'ਚ ਸੇਵਾ ਕਰ ਲੇਗੀ, ਇਹਨੂੰ ਹੁਣ ਵਾਪਸ ਨਾ ਭੇਜੋ। ਸੇਵ ਕਰਨ ਕੀ ਜਹ ਔਰ ਆਸ ਇਹਦੇ ਮਨ ਵਿੱਚ ਸੇਵਾ ਦੀ ਬੜੀ ਲਗਨ ਹੈ। ਇਹ ਤੇ ਮਹਾਰਾਜ ਅੱਠੇ ਪੈਰ ਵਾਹਿਗੁਰੂ 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 ਜਪਦੀ ਰਹਿੰਦੀ ਹੈ, ਬਾਣੀ ਪੜ੍ਹਦੀ ਰਹਿੰਦੀ ਹੈ। ਇਹਦੀ ਰਸਨਾ ਤੇ ਹਰ ਵੇਲੇ ਸੁਖਮਨੀ ਸਾਹਿਬ ਦਾ ਜਾਪ ਹੁੰਦਾ ਰਹਿੰਦਾ। ਮਹਾਰਾਜ ਇਹ ਸੇਵਾ 'ਚ ਲੱਗੀ ਰਹਿੰਦੀ ਹੈ, ਇਹ ਸਿਮਰਨ 'ਚ ਲੱਗੀ ਰਹਿੰਦੀ ਹੈ। ਭਾਉ ਹਿਰਦੇ ਕਾ ਪੁਰਖੋ ਸੁਆਮੀ ਹੇ ਪਾਤਸ਼ਾਹ, ਤੁਸੀਂ ਤੇ ਆਪਣੇ ਸੇਵਕਾਂ ਦੇ ਹਿਰਦੇ ਦਾ ਪ੍ਰੇਮ ਵੇਖਦੇ ਹੋ, ਆਪ ਤੇ ਪ੍ਰੇਮ ਦੇ ਭੁੱਖੇ ਹੋ। ਅਸੀਂ ਆਪ ਜੀ ਦੇ ਚਰਨਾਂ ਦੇ ਪ੍ਰੇਮੀ ਭੌਰੇ ਹਾਂ। ਮੇਰੀ ਬੇਟੀ ਨੂੰ ਠੁਕਰਾਓ ਨਾ, ਇਹਦਾ ਕਰੋੜਾਂ ਜਨਮਾਂ ਦਾ ਤੁਹਾਡੇ ਨਾਲ ਪ੍ਰੇਮ ਹੈ। ਕਿਉਂਕਿ ਮਹਾਰਾਜ ਮਾਤਾ ਸਾਹਿਬ ਦੇਵਾਂ ਜਿਹੜੇ ਨੇ ਇਹ ਅਕਾਲ ਪੁਰਖ ਦੀ ਮਹਾਨ ਸ਼ਕਤੀ ਦਾ ਅਵਤਾਰ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਕਲਗੀਧਰ ਪਾਤਸ਼ਾਹ ਖੁਦ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਸਰੂਪ ਹਨ ਤੇ ਮਾਤਾ ਜੀ ਸ਼ਕਤੀ ਸਰੂਪ ਹਨ। ਹੇਮਕੁੰਟ ਸਾਹਿਬ ਜਾਣ ਤੋਂ ਪਹਿਲਾਂ 10ਵੇਂ ਪਾਤਸ਼ਾਹ ਦਾ ਦੁਸ਼ਟ ਦਮਨ ਦੇ ਅਵਤਾਰ ਤੋਂ ਪਹਿਲਾਂ ਜਿਹੜਾ ਨਾਮ ਸੀ ਲੋਕਪਾਲ ਸੀ, ਤੇ ਹਜੂਰ ਸਾਹਿਬ ਗੋਦਾਵਰੀ ਦੇ ਕੰਢੇ ਤੇ ਪਾਤਸ਼ਾਹ ਤਪ ਕਰਦੇ ਸਨ, ਤੇ ਮਾਤਾ ਜੀ ਵੀ ਉੱਥੇ ਗੋਦਾਵਰੀ ਤੇ ਜਿੱਥੇ ਅੱਜ ਕੱਲ੍ਹ ਮਾਤਾ ਜੀ ਦਾ ਤਪੋ ਸਥਾਨ ਹੈ ਉੱਥੇ ਬਹਿ ਕੇ ਤਪ ਕਰਿਆ ਕਰਦੇ ਸਨ ਸਤਯੁਗ ਦੇ ਵਿੱਚ। ਤੇ ਉਦੋਂ ਤੋਂ ਹੀ ਇਹ ਮਹਾਰਾਜ ਦੇ ਨਾਲ ਇਹਨਾਂ ਦਾ ਆਤਮਿਕ ਸੰਬੰਧ ਹੈ, ਸਰੀਰਕ ਸੰਬੰਧ ਨਹੀਂ ਹੈ। ਆਤਮਾ ਦੀ ਖੇਡ ਹੈ।
शिव शक्त आप उपाय कह करता आपे हुक्म ਵਰਤਾਏ। शिव ਸਰੂਪ ਮਹਾਰਾਜ ਹਨ, ਸ਼ਕਤੀ ਸਰੂਪ ਮਾਤਾ ਜੀ ਹਨ, ਤੇ ਇਹ ਮਹਾਰਾਜ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਕਿਤੇ ਜਾ ਨਹੀਂ ਸਕਦੀ। ਇਹਦਾ ਹੋਰ ਕੋਈ ਘਰ ਨਹੀਂ ਹੈ, ਹੋਰ ਇਹਦਾ ਕੋਈ ਥਾਂ ਟਿਕਾਣਾ ਨਹੀਂ ਹੈ। ਘਟ ਘਟ ਕੇ ਤੁਮ ਅੰਤਰਜਾਮੀ। ਮਹਾਰਾਜ ਤੁਸੀਂ ਘਟ ਘਟ ਦੀ ਜਾਣਨ ਵਾਲੇ ਅੰਤਰਜਾਮੀ ਹੋ। ਮਮ ਮਨ ਅਰ ਕੰਨਿਆ ਮਨ ਕੇਰ। ਮੇਰੇ ਮਨ ਦੀ ਤੇ ਮੇਰੀ ਬੇਟੀ ਦੇ ਮਨ ਦੀ ਦੇਖੋ ਪ੍ਰੇਮ ਪ੍ਰਵਾਹ ਬਡੇਰ। ਭਾਵਨਾ ਵੇਖੋ, ਪ੍ਰੇਮ ਵੇਖੋ, ਤੇ ਸੱਚੇ ਪਾਤਸ਼ਾਹ ਸਾਡੀ ਸ਼ਰਧਾ ਪੂਰੀ ਕਰੋ। ਪਿਓ ਧੀ ਅਸੀਂ ਦੋਵੇਂ ਹੀ ਤੁਹਾਡੇ ਚਰਨਾਂ 'ਚ ਖੜੇ ਹਾਂ। ਕਰਨਾ ਕਰੋ ਸੇਵ ਨਿਜ ਲਾਵੋ। ਕਿਰਪਾ ਕਰੋ, ਦਇਆ ਕਰੋ, ਮੇਰੀ ਬੇਟੀ ਨੂੰ ਆਪਣੇ ਚਰਨਾਂ ਦੀ ਸੇਵਾ ਬਖਸ਼ ਦਿਓ। ਸਭ ਸੰਗਤ ਕੋ ਚਿਤ ਹਰਖਾਵੋ। ਮਹਾਰਾਜ ਸਾਰੀ ਸੰਗਤ ਦੀ ਸ਼ਰਧਾ ਪੂਰੀ ਕਰ ਦਿਓ। ਰੋਹਤਾਸ ਇਲਾਕੇ ਦੇ ਆ ਸੈਂਕੜੇ ਸਿੱਖ ਤੁਹਾਡੇ ਦਰ ਤੋਂ ਇੱਕੋ ਹੀ ਮੰਗ ਰਹੇ ਨੇ ਕਿ ਸਾਡੀ ਬੇਟੀ ਨੂੰ ਠੁਕਰਾਓ ਨਾ, ਇਹਨੂੰ ਵਾਪਸ ਨਾ ਭੇਜੋ ਪਾਤਸ਼ਾਹ ਜੀ। ਕਿਸੀ ਦੇਸ਼ ਕੇ ਸਿੱਖ ਪਰਿਵਾਰੇ। ਮਹਾਰਾਜ ਸਾਡੇ ਦੇਸ਼ ਦੇ ਜਿੰਨੇ ਵੀ ਸਿੱਖ ਪਰਿਵਾਰ ਹਨ, ਜਿੰਨੇ ਵੀ ਗੁਰੂ ਦੇ ਪਿਆਰੇ ਹਨ, ਪਹੁੰਚੇ ਇਹੀ ਕਾਮਨਾ ਧਾਰੇ। ਇਹੀ ਇੱਛਾ ਲੈ ਕੇ ਆਏ ਨੇ ਵੀ ਐਤਕੀ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਆਪਣੀ ਬੇਟੀ ਨੂੰ ਭੇਟਾ ਕਰਕੇ ਆਉਣਾ ਹੈ। ਗੁਣ ਗਾਵਤ ਰਾਵਰ ਕੇ ਆਏ। ਮਹਾਰਾਜ ਸਾਰੀ ਸੰਗਤ ਰਸਤੇ 'ਚ ਗੁਰੂ ਗੁਰੂ ਜਪਦੀ ਆਈ ਹੈ, ਕੀਰਤਨ ਕਰਦੀ ਆਈ ਹੈ, ਅਰਦਾਸਾਂ ਬੇਨਤੀਆਂ ਕਰਦੀ ਆਈ ਹੈ। ਸਰਦਾ ਭਾਉ ਧਰਤ ਅਧਿਕਾਏ। ਬੜੀ ਸ਼ਰਧਾ ਨਾਲ ਆਈ ਹੈ ਸੰਗਤ ਪਾਤਸ਼ਾਹ ਜੀ। ਤਿਮ ਕਰ ਜੋਰ ਕਹੀ ਬਹੁ ਬਿਨਤੀ। ਏਦਾਂ ਭਾਈ ਰਾਮੂ ਨੇ ਗਲ ਪੱਲਾ ਪਾ ਕੇ ਬੜੀ ਨਿਮਰਤਾ ਨਾਲ ਜਦੋਂ ਬੇਨਤੀਆਂ ਕੀਤੀਆਂ। ਸੁਨ ਸਤਿਗੁਰ ਤਜ ਕਰ ਸਭ ਗਿਣਤੀ। ਸ੍ਰੀ ਕਲਗੀਧਰ ਪਾਤਸ਼ਾਹ ਸਾਧ ਸੰਗਤ ਜੀ ਮੇਰੀ ਬੰਨ ਦੀ ਭਗਤ ਛੁਡਾਵੈ। ਮਹਾਰਾਜ ਕਹਿੰਦੇ ਜੇ ਮੈਂ ਬੰਨ ਦਿਆਂ ਨਾ ਤੇ ਮੇਰੇ ਭਗਤ ਛੁਡਾ ਸਕਦੇ ਆ। ਕਹਿੰਦੇ ਬੰਨਦੇ ਭਗਤ, ਜੇ ਭਗਤ ਬੰਨ ਦੇਣ ਮੈਂ ਨਹੀਂ ਛੁਡਾ ਸਕਦਾ। ਮੈਂ ਬੰਨ ਦਿਆਂ ਸਿੱਖ ਛੁਡਾ ਸਕਦੇ ਨੇ, ਪਰ ਜੇ ਸਿੱਖ ਬੰਨ ਦੇਣ ਫਿਰ ਮੈਂ ਨਹੀਂ ਛੁਡਾ ਸਕਦਾ। ਮੇਰੀ ਬੰਦੀ ਭਗਤ ਛੁਡਾਵੈ, ਬੰਦਾ ਭਗਤ ਨਾ ਛੂਟੈ ਮੋਹੇ। ਇੱਕ ਸਮਾਂ ਮੋਕੋ ਗਏ ਬੰਦਾ, ਇੱਕ ਸਮਾਂ ਆਉਂਦਾ ਸਿੱਖ ਮੈਨੂੰ ਵੀ ਬੰਨ ਲੈਂਦੇ ਨੇ। ਕਹਿੰਦੇ ਤੋਫੁਨ ਮੋਪੈ ਜਵਾਬ ਨਾ ਹੋਏ, ਫਿਰ ਮੈਂ ਜਵਾਬ ਨਹੀਂ ਦੇ ਸਕਦਾ। ਧੰਨ ਕਲਗੀਆਂ ਵਾਲੇ ਪਾਤਸ਼ਾਹ ਉਸ ਵੇਲੇ ਸਾਰੀਆਂ ਗਿਣਤੀਆਂ ਛੱਡ ਦਿੱਤੀਆਂ। ਆਪਣੇ ਪਰਨ ਸੀ ਵੀ ਅਸੀਂ ਹੁਣ ਗ੍ਰਸਥ ਵਿੱਚ ਪ੍ਰਵੇਸ਼ ਨਹੀਂ ਕਰਨਾ, ਹੁਣ ਤਿਆਰ ਬਰ ਤਿਆਰ ਕਮਰ ਕਸਾ ਕਰਕੇ ਜੁੱਧ ਹੀ ਕਰਨਾ ਹੈ। ਇੱਕੋ ਹੀ ਨਿਸ਼ਾਨਾ ਹੈ, ਜਬ ਆਪ ਕੀ ਔਦ ਨਿਦਾਨ ਬਣਾਇਆ ਤਹੀ ਰਣ ਮੈਂ ਤਬ ਜੂਝ ਮਰੋ। ਹੁਣ ਤਾਂ ਇਹੀ ਨਿਸ਼ਾਨਾ ਸੀ, ਪਰ ਮਾਤਾ ਜੀ ਦੇ ਪੂਰਬਲੇ ਤਪ ਨੂੰ ਦੇਖਦਿਆਂ ਹੋਇਆਂ ਸ੍ਰੀ ਕਲਗੀਧਰ ਪਾਤਸ਼ਾਹ ਜੀ ਦਇਆ ਦੇ ਘਰ 'ਚ ਆ ਗਏ। ਸੰਗਤ ਕਰੀ ਬਿਲੋਕਨ ਠੰਡੀ। ਸੈਂਕੜੇ ਸਿੱਖ ਹੱਥ ਜੋੜ ਕੇ ਖੜੇ ਸਨ, ਤਰਸ ਭਰੀਆਂ ਅੱਖਾਂ ਨਾਲ 10ਵੇਂ ਪਾਤਸ਼ਾਹ ਵੇਖ ਰਹੇ ਸਨ ਕਿ ਮਹਾਰਾਜ ਨਾ ਕਰ ਦੇਣ, ਕਿਰਪਾ ਕਰ ਦੇਣ, ਹਾਂ ਕਰ ਦੇਣ। ਤੇ ਹੁਣ ਸਾਰੀ ਸੰਗਤ ਦੀ ਬੇਨਤੀ ਸੁਣ ਕੇ ਬਾਜਾਂ ਵਾਲੇ ਸਤਿਗੁਰੂ ਰਹਿ ਆਸ ਇਨ ਮਨ ਰੁਚ ਬਾਢੀ। ਇਹਨਾਂ ਦੇ ਮਨ 'ਚ ਬੜੀ ਸ਼ਰਧਾ ਹੈ, ਇਹ ਪਿਆਰ ਵਾਲੇ ਹਿਰਦੇ ਹਨ, ਇਹਨਾਂ ਦੀ ਆਸਾ ਹੁਣ ਪੂਰੀ ਕਰਨੀ ਪੈਣੀ ਹੈ। ਸ੍ਰੀ ਮੁਖ ਤੇ ਮੁਸਕਾਏ ਬਖਾਨਾ। ਮਹਾਰਾਜ ਕਲਗੀਧਰ ਮੁਸਕਰਾ ਪਏ, ਪ੍ਰਸੰਨ ਹੋ ਕੇ ਬਚਨ ਕੀਤਾ। ਰਹੋ ਕਾਮਨਾ ਸਕਲ ਸਥਾਨਾ। ਮਹਾਰਾਜ ਕਹਿੰਦੇ ਭਾਈ ਤੁਹਾਡੀਆਂ ਮਨੋਕਾਮਨਾ ਗੁਰੂ ਨਾਨਕ ਪੂਰੀਆਂ ਕਰੇ। ਰਹਿ ਕੁਆਰੋ ਡੋਰਾ ਨਾਮੋ। ਪਰ ਇਹ ਗੱਲ ਯਾਦ ਰੱਖਿਆ ਜੇ, ਇਹ ਜੋ ਆਏ ਨੇ ਗੁਰੂ ਘਰ ਦੇ ਵਿੱਚ, ਇਹਨਾਂ ਦਾ ਨਾਂ ਕੁਆਰਾ ਡੋਲਾ ਰਹੇਗਾ। ਅੱਜ ਤੱਕ ਮਾਤਾ ਜੀ ਨੂੰ ਆਪਾਂ ਕੁਆਰਾ ਡੋਲਾ ਕਰਕੇ ਯਾਦ ਕਰਦੇ ਹਾਂ। ਮਾਤਾ ਸਾਹਿਬ ਦੇਵਨ ਰਹਿ ਕੁਆਰੋ ਡੋਲਾ, ਇਹ ਜਿਹੜਾ ਡੋਲਾ ਹੈ ਇਹ ਕੁਆਰਾ ਰਹੇਗਾ। ਕਰਹਿ ਸੇਵ ਬਾਸੋ ਹਮ ਧਾਮੂ। ਸੇਵਾ ਕਰਨ, ਗੁਰੂ ਘਰ ਵਿੱਚ ਰਹਿਣ, ਸਤਿਕਾਰ ਇਹਨਾਂ ਨੂੰ ਉਹੀ ਮਿਲੇਗਾ ਮਾਤਾ ਵਾਲਾ, ਪਰ ਰਹਿਣਗੇ ਕੁਆਰੇ, ਕਿਉਂਕਿ ਅਸੀਂ ਜੰਗੀ ਕਮਰ ਕਸੇ ਕੀਤੇ ਹਨ, ਯੁੱਧ ਦੇ ਲਈ ਤਿਆਰ ਹੋਏ ਹਾਂ। ਕਰਹਿ ਸੇਵ ਬਸ ਸੰਗਤ ਸਹਿਜ ਸਿੱਖ ਸੋ ਰਾਵਾ। ਮਹਾਰਾਜ ਦੇ ਬਚਨ ਸੁਣੇ ਨਾ ਜਦੋਂ ਭਾਈ ਰਾਮੂ ਤੇ ਉਹਦੇ ਇਲਾਕੇ ਦੀਆਂ ਸਾਰੀਆਂ ਸੰਗਤਾਂ, ਸੁਣਿਓ ਬਾਕ ਜਬ ਸ੍ਰੀ ਮੁਖ ਗਾਵਾ। ਜਦੋਂ ਪਾਤਸ਼ਾਹ ਨੇ ਮੁਖ ਤੋਂ ਇਹ ਬਚਨ ਕਹੇ ਕਿ ਇਹ ਗੁਰੂ ਘਰ 'ਚ ਰਹਿਣਗੇ, ਪਰ ਰਹਿਣਗੇ ਕੁਆਰਾ ਡੋਲਾ, ਹਰਖਤ ਭਏ ਮਨ ਹੋ ਨਿਤ ਪਾਈ। ਬੜੇ ਖੁਸ਼ ਹੋ ਗਏ। ਕਹਿੰਦੇ ਮਾਨੋ ਸਾਰੇ ਖਜ਼ਾਨੇ ਮਿਲ ਗਏ, ਹਜੂਰ ਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ ਹੈ। ਤਬ ਕੰਨਿਆ ਗੁਰ ਸਦਨ ਪੁਚਾਈ। ਤਾਂ ਸਾਧ ਸੰਗਤ ਜੀ
ਉਸ ਕੰਨਿਆ ਨੂੰ, ਉਸ ਡੋਲੇ ਨੂੰ ਗੁਰੂ ਘਰ, ਗੁਰੂ ਕੇ ਮਹਿਲਾਂ 'ਚ ਪਹੁੰਚਾਇਆ ਗਿਆ ਸਨਮਾਨ ਦੇ ਨਾਲ। ਗੁਜਰੀ ਮਾਤ ਰਹਿ ਘਰ ਜਾਹੇ, ਜਿੱਥੇ ਮਾਤਾ ਗੁਜਰੀ ਜੀ ਨਿਵਾਸ ਕਰਦੇ ਨੇ, ਕਰੀ ਬਿਠਾਵਨ ਲੈ ਕਰ ਤਾਹੇ। ਉੱਥੇ ਲੈ ਗਈ ਸੰਗਤ ਮਾਤਾ ਜੀ ਦਾ ਡੋਲਾ ਚੁੱਕ ਕੇ, ਤੇ ਮਾਤਾ ਗੁਜਰੀ ਜੀ ਨੇ ਦੱਸਿਆ ਵੀ ਮਹਾਰਾਜ ਦਾ ਇਹ ਡੋਲਾ ਆਇਆ, ਇਹਨੂੰ ਪ੍ਰਵਾਨ ਕਰੋ। ਮਾਤਾ ਜੀ ਨੇ ਪ੍ਰਵਾਨ ਕੀਤਾ ਤੇ ਆਪਣੇ ਕੋਲ ਬਿਠਾ ਲਿਆ। ਸਾਹਿਬ ਦੇਵੀ ਨਾਮ ਜਿਸ ਕੇਰਾ, ਇਹਨਾਂ ਦਾ ਨਾਮ ਮਾਤਾ ਸਾਹਿਬ ਦੇਵੀ ਜੀ ਹੈ। ਧੰਨ ਮਾਤਾ ਸਾਹਿਬ ਦੇਵਾਂ ਜੀ, ਖਾਲਸੇ ਦੇ ਮਾਤਾ ਜੀ, ਇਹ ਅੱਜ ਗੁਰੂ ਘਰ ਵਿੱਚ ਆਏ ਹਨ। ਮਸਤਕ ਟੇਕ ਸਾਸ ਕੇ ਪੈਰਾ, ਆ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਜਿਵੇਂ ਉਵੇਂ ਮਾਤਾ ਗੁਜਰੀ ਜੀ ਨੂੰ ਆਪਣੀ ਸੱਸ ਨੂੰ ਵੀ ਮੱਥਾ ਟੇਕਿਆ। ਨਮਰ ਹੋਏ ਕਹਿ ਬੈਠੀ ਪਾਸ, ਔਰ ਬੜੀ ਨਿਮਰਤਾ ਨਾਲ ਸੱਸ ਨੂੰ ਮੱਥਾ ਟੇਕ ਕੇ ਚਰਨਾਂ 'ਚ ਬੈਠ ਗਈ ਮਾਤਾ ਸਾਹਿਬ ਦੇਵੀ। ਗੁਜਰੀ ਆਸ਼ਿਕ ਕਰੀ ਪ੍ਰਕਾਸ਼, ਤੇ ਮਾਤਾ ਗੁਜਰੀ ਨੇ ਸਿਰ ਤੇ ਹੱਥ ਰੱਖਿਆ ਤੇ ਆਸ਼ੀਰਵਾਦ ਬਖਸ਼ਿਆ। ਸੰਗਤ ਰਹੀ 5 ਦਿਨ ਔਰ, 5 ਦਿਨ ਸੰਗਤ ਹੋਰ ਰਹੀ ਰੋਹਤਾਸ ਦੀ ਗੁਰੂ ਘਰ ਦੇ ਵਿੱਚ। ਵਿਦਾ ਹੋਏ ਪਹੁੰਚੀ ਨਿਜ ਠੌਰ, ਤੇ ਫਿਰ ਸਤਿਗੁਰਾਂ ਤੋਂ ਵਿਦਾਇਗੀ ਲੈ ਕੇ, ਮਹਾਰਾਜ ਤੋਂ ਆਗਿਆ ਲੈ ਕੇ ਰੋਹਤਾਸ ਦੀ ਸਾਰੀ ਸੰਗਤ ਵਾਪਸ ਰੋਹਤਾਸ ਚਲੀ ਗਈ। ਪਿਛੇ ਸਾਹਿਬ ਦੇਵੀ ਰਹੀ, ਪਿੱਛੇ ਮਾਤਾ ਸਾਹਿਬ ਦੇਵੀ ਜੀ ਰਹਿ ਗਏ। ਹਿਰਦੈ ਪ੍ਰਤੱਗਿਆ ਕੀਨਸ ਅਹੀ, ਤੇ ਮਨ ਵਿੱਚ ਮਾਤਾ ਸਾਹਿਬ ਦੇਵੀ ਜੀ ਨੇ ਇੱਕ ਪ੍ਰਤੱਗਿਆ ਕਰ ਲਈ, ਪੱਕਾ ਪਰਨ ਕਰ ਲਿਆ। ਕੀ ਪਰਨ ਕੀਤਾ ਸੁਣੋ ਜਰਾ। ਦਰਸ਼ਨ ਕਰਹਿ ਤਾਂ ਭੋਜਨ ਪਾਵੈ, ਮਹਾਰਾਜ ਦੇ ਦਰਸ਼ਨ ਕਰਨੇ ਨੇ, ਫਿਰ ਪ੍ਰਸ਼ਾਦਾ ਛਕਣਾ। ਜਿੰਨਾ ਚਿਰ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ ਕਲਗੀਧਰ ਪਿਤਾ ਜੀ ਦੇ, ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਦੀ, ਪਾਣੀ ਵੀ ਨਹੀਂ ਪੀਂਦੀ ਮਾਤਾ। ਨਤ ਨਿਸ ਬਾਸਰ ਛੁਦਤ ਬਿਤਾਵੈ, ਜਿਸ ਦਿਨ ਦਰਸ਼ਨ ਨਾ ਹੋਣ ਉਸ ਦਿਨ ਸਾਰਾ ਦਿਨ ਨਹੀਂ ਖਾਂਦੀ ਕੁਛ, ਸਾਰਾ ਦਿਨ ਭੁੱਖੀ ਪਿਆਸੀ ਰਹਿੰਦੀ ਹੈ। ਜਦੋਂ ਦਰਸ਼ਨ ਹੋ ਜਾਣ, ਮੱਥਾ ਟੇਕ ਲਵੇ, ਫਿਰ ਭੋਜਨ ਪਾਣੀ ਛਕਦੀ ਹੈ। ਪ੍ਰੇਮ ਬਿਲੋਕ ਨੇਮ ਜਿਨ ਕੀਨਾ, ਇਹ ਪ੍ਰੇਮ ਦੀ ਮੂਰਤੀ ਹੈ, ਇਹ ਪਿਆਰ ਦੀ ਮੁਜੱਸਮਾ ਹੈ ਮਾਤਾ। ਧੰਨ ਮਾਤਾ ਸਾਹਿਬ ਦੇਵਾਂ ਜੀ ਨੇ ਐਸਾ ਪ੍ਰੇਮ ਗੁਰੂ ਚਰਨਾਂ ਨਾਲ ਕੀਤਾ ਹੈ। ਸ੍ਰੀ ਕਲਗੀਧਰ ਸਭ ਬਿਦ ਚੀਨਾ, ਤੇ ਕਲਗੀਧਰ ਪਾਤਸ਼ਾਹ ਜਾਣੀ ਜਾਣ ਹਨ। ਮਾਤਾ ਨੇ ਦੱਸਿਆ ਨਹੀਂ ਮਹਾਰਾਜ ਨੂੰ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਭੁੱਖੀ ਰਹਿੰਦੀ ਆ। ਮਹਾਰਾਜ ਜਾਣਦੇ ਆ। ਆਖੋ ਸਤਨਾਮ ਸ੍ਰੀ। ਹਜੂਰ ਲਿਖਦੇ 10ਵੇਂ ਦੇ ਵਿੱਚ, ਨਰ ਏਕ ਅਕੀਨ ਹੀ ਪ੍ਰੀਤ ਕਰੈ, ਇੱਕ ਕੀਨ ਕਰੈ, ਇੱਕ ਕੀਨ ਜੋ ਜਾਣੈ, ਏਕ ਨਾ ਪ੍ਰੀਤ ਕੇ ਭੇਦ ਜਨੈ, ਜੋ ਪ੍ਰੀਤ ਕਰੈ ਅਰ ਕਹਤੇ ਮਾਨੈ। ਕਹਿੰਦੇ ਜਿਹੜਾ ਪ੍ਰੇਮ ਦੀ ਸਾਰ ਨਾ ਜਾਣੇ ਉਹ ਕੋਈ ਸੋਝੀਵਾਨ ਨਹੀਂ ਹੁੰਦਾ। ਮੇਰਾ ਸਤਿਗੁਰੂ ਤੇ ਘੱਟ ਘੱਟ ਮਾਲਕ ਦਿਲਾਂ ਕਾ ਹੈ। ਮਹਾਰਾਜ ਮਾਤਾ ਜੀ ਦੇ ਪ੍ਰੇਮ ਨੂੰ ਜਾਣ ਗਏ। ਤਿਸੀ ਹੇਤ ਕਰਕੇ ਇੱਕ ਵਾਰ, ਇੱਕ ਦਿਨ ਉਹਨਾਂ ਦਾ ਪ੍ਰੇਮ ਵੇਖ ਕੇ ਦਰਸ਼ਨ ਦੇਤ ਸੋ ਕਰਨਾ ਧਾਰ, ਦਿਨ ਵਿੱਚ ਮਹਾਰਾਜ ਜ਼ਰੂਰ ਦਰਸ਼ਨ ਦਿੰਦੇ। ਭਾਵੇਂ ਕੋਸ਼ਿਸ਼ ਤਾਂ ਮਹਾਰਾਜ ਦੀ ਹੁੰਦੀ ਵੀ ਇਹਨੂੰ ਸਵੇਰੇ ਹੀ ਦਰਸ਼ਨ ਦੇ ਦਈਏ, ਕਿਤੇ ਸਾਰਾ ਦਿਨ ਦੁਪਹਿਰ ਤੱਕ ਭੁੱਖੀ ਨਾ ਰਹਿ ਜਾਵੇ, ਤੇ ਦਰਸ਼ਨ ਦਿੰਦੇ ਆ। ਜੇ ਕਿਤੇ ਗੁਰੂ ਸਾਹਿਬ ਦੂਰ ਨੇੜੇ ਗਏ ਹੋਣ ਤੇ ਦੁਪਹਿਰ ਤੱਕ ਆ ਜਾਂਦੇ ਆ ਵੀ ਉਹ ਭੁੱਖੀ ਨਾ ਬੈਠੀ ਰਵੇ, ਸਾਡੇ ਦਰਸ਼ਨ ਕਰ ਲਵੇ। ਕਿਰਪਾ ਕਰਕੇ ਇੱਕ ਵਾਰੀ 10ਵੇਂ ਪਾਤਸ਼ਾਹ ਦਿਨ ਵਿੱਚ ਮਾਤਾ ਸਾਹਿਬ ਦੇਵੀ ਜੀ ਨੂੰ ਦਰਸ਼ਨ ਜ਼ਰੂਰ ਦਿੰਦੇ ਹਨ। ਕਿਸ ਕਾਰਨ ਤੇ ਜੇ ਨਹਿ ਹੋਏ, ਜੇ ਕਿਸੇ ਕਾਰਨ ਕਰਕੇ ਸਾਧ ਸੰਗਤ ਜੀ ਦਰਸ਼ਨ ਨਾ ਹੋਣ ਕਲਗੀਧਰ ਦੇ, ਇਸ ਦਿਨ ਖਾਏ ਆਹਾਰ ਨਾ ਸੋਏ, ਫਿਰ ਕੋਈ ਸਵਾਲ ਪੈਦਾ ਨਹੀਂ ਹੁੰਦਾ ਮਾਤਾ ਖਾ ਲਵੇ ਕੁਝ। ਉਸ ਦਿਨ ਨਾ ਭੋਜਨ ਖਾਂਦੀ, ਨਾ ਪਾਣੀ ਪੀਂਦੀ, ਬੈਠੀ ਰਹਿੰਦੀ, ਬਾਣੀ ਪੜ੍ਹਦੀ ਰਹਿੰਦੀ। ਸਤਨਾਮ ਸ੍ਰੀ ਵਾਹਿਗੁਰੂ 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 ਜਪਦੀ ਰਹਿੰਦੀ ਹੈ। ਇਹੀ ਨੇਮ ਕਰ ਸਮਾਂ ਬਿਤਾਇਓ, ਇਹ ਨੇਮ ਕਰਕੇ ਮਾਤਾ ਜੀ ਨੇ ਆਪਣਾ ਜੀਵਨ ਗੁਜ਼ਾਰਿਆ। ਦਰਸ਼ਨਾਂ ਦੀ ਪਿਆਸ ਰੱਖੀ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹੋਂ ਫਿਰੋਂ ਖੋਜੰਤੀਆ। ਐਸੀ ਅੰਦਰ ਪ੍ਰੀਤ ਦੀ ਖਿੱਚ ਹੈ ਵੀ ਕਲਗੀਧਰ ਪਾਤਸ਼ਾਹ ਦਿਨ ਵਿੱਚ ਘੱਟੋ ਘੱਟ ਇੱਕ ਵਾਰੀ ਦਰਸ਼ਨ ਜ਼ਰੂਰ ਦਿੰਦੇ ਹਨ। ਇੱਕ ਦਿਨ ਸ੍ਰੀ ਪ੍ਰਭ ਦਰਸ ਦਿਖਾਇਓ, ਇੱਕ ਦਿਨ ਮਹਾਰਾਜ ਕਲਗੀਧਰ ਪਾਤਸ਼ਾਹ ਮਾਤਾ ਸਾਹਿਬ ਦੇਵੀ ਜੀ ਨੂੰ ਦਰਸ਼ਨ ਦਿੱਤੇ। ਹਾਥ ਜੋੜ ਕਰ ਮਸਤਕ ਟੇਕਾ, ਮਾਤਾ ਜੀ ਨੇ ਮਹਾਰਾਜ ਦੇ ਚਰਨਾਂ 'ਚ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਹੱਥ ਜੋੜ ਕੇ। ਕਿਆ ਮਨਸਾ ਕਹਿ ਜਲਦ ਵਿਵੇਕਾ, ਤੇ ਮਹਾਰਾਜ ਜਾਣੀ ਜਾਣ, ਘਟ ਘਟ ਕੇ ਜਾਣਨ ਵਾਲੇ ਕਲਗੀਧਰ ਬੋਲੇ, ਸਾਹਿਬ ਦੇਵਾਂ ਜੀ ਮਨ ਦੀ ਮਨਸਾ ਕੀ ਹੈ?
ਮਨ ਚ ਕੀ ਸ਼ਰਧਾ ਹੈ, ਕੀ ਚਾਹੁੰਦੇ ਹੋ। ਨਮਰ ਸਲਾਜ ਤਰੇ ਕਰ ਨੈਣ। ਮਾਤਾ ਜੀ ਨੇ ਨੇਤਰ ਨੀਵੇਂ ਕੀਤੇ ਸਨ। ਲੱਜਾ, ਕਿਉਂਕਿ ਸਾਧ ਸੰਗਤ ਜੀ ਇਸਤਰੀ ਦਾ ਗਹਿਣਾ ਪਤਾ ਕੀ ਹੈ? ਕਈ ਮੇਰੀਆਂ ਭੈਣਾਂ ਸੋਚਦੀਆਂ ਵੀ ਸੋਨੇ ਦੇ ਗਹਿਣੇ ਪਾ ਕੇ ਸੋਹਣੀਆਂ ਬਣ ਜਾਵਾਂਗੀਆਂ, ਅਸੀਂ ਮੇਕਅਪ ਕਰਕੇ ਸੁੰਦਰ ਬਣ ਜਾਵਾਂਗੀਆਂ, ਮਹਿੰਗੇ ਕੱਪੜੇ ਪਾ ਕੇ ਸੋਹਣੀਆਂ ਬਣ ਜਾਵਾਂਗੀਆਂ। ਨਹੀਂ, ਇਸਤਰੀ ਦਾ ਇੱਕੋ ਹੀ ਗਹਿਣਾ ਹੈ, ਲੱਜਾ, ਸ਼ਰਮ। ਜਿਹੜੀ ਇਸਤਰੀ ਦੀ ਅੱਖਾਂ 'ਚ ਸ਼ਰਮ ਹੈ ਨਾ, ਉਹ ਦੁਨੀਆ ਦੀ ਸਭ ਤੋਂ ਸੋਹਣੀ ਇਸਤਰੀ ਹੈ। ਤੇ ਜਿਹੜੀਆਂ ਅੱਖਾਂ 'ਚ ਸ਼ਰਮ ਕੋਈ ਨਹੀਂ, ਭਾਵੇਂ ਉਹ ਸੋਨੇ ਨਾਲ ਰੱਦੀ ਹੋਵੇ, ਸੋਹਣੀ ਨਹੀਂ ਲੱਗ ਸਕਦੀ। ਆਖੋ ਸ੍ਰੀ ਵਾਹਿਗੁਰੂ। ਧੰਨ ਮਾਤਾ ਜੀ ਨਿਮਰਤਾ ਤੇ ਲੱਜਾ ਦੇ ਨਾਲ ਬੋਲੇ। ਬਿਨਤੀ ਸਹਿਤ ਕਹਿਤ ਮੁਖ ਬੈਨ। ਸਿਰ ਨੀਵਾ ਕੀਤਾ ਸੀ, ਅੱਖਾਂ ਨੀਵੀਆਂ ਸਨ ਤੇ ਹੱਥ ਜੁੜੇ ਸਨ, ਤੇ ਪਿਆਰ ਦੇ ਬੋਲ ਸ੍ਰੀ ਮਾਤਾ ਜੀ ਇਉਂ ਬੋਲੇ ਹਨ। ਪ੍ਰਭ ਜੀ ਇੱਕ ਸੁਤ ਕੀ ਅਭਿਲਾਖ ਹੈ। ਸੱਚੇ ਪਾਤਸ਼ਾਹ ਜੀ, ਇਸਤਰੀ ਦਾ ਜਾਮਾ ਪੁੱਤਰ ਤੋਂ ਬਿਨਾ ਸਕਾਰਥਾ ਨਹੀਂ ਹੁੰਦਾ। ਮਾਵਾਂ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਗਦ-ਗਦ ਭਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗਲ ਪੁੱਤਰਾਂ ਦਾ ਹਾਰ ਨਾ ਹੋਵੇ। ਮਾਂ ਉਦੋਂ ਹੀ ਬਣਦੀ ਹੈ ਜਦੋਂ ਪੁੱਤਰ ਹੋਵੇ। ਤੇ ਸੱਚੇ ਪਾਤਸ਼ਾਹ ਇੱਕ ਪੁੱਤਰ ਦੀ ਇੱਛਾ ਹੈ। ਅਪਰ ਬਾਸਨਾ ਕੋਏ ਨ ਰੱਖੈ। ਹੋਰ ਮੈਂ ਕੋਈ ਵਾਸ਼ਨਾ ਨਹੀਂ ਰੱਖਦੀ, ਕੋਈ ਸੰਸਾਰ ਦੀ ਕੋਈ ਵੀ ਵਾਸ਼ਨਾ ਨਹੀਂ ਹੈ, ਪਰ ਇੱਕੋ ਵਾਸ਼ਨਾ ਇਸਤਰੀ ਦੀ ਹੁੰਦੀ ਹੈ, ਮੈਂ ਮਾਂ ਬਣ ਕੇ ਜਾਵਾਂ ਦੁਨੀਆ ਤੋਂ। ਕਿਰਪਾ ਆਪ ਕੀ ਤੇ ਮੈਂ ਪਾਉਂ। ਆਪ ਜੀ ਦੀ ਕਿਰਪਾ ਨਾਲ ਮੈਂ ਇਹ ਵਰ ਪਾ ਸਕਦੀ ਹਾਂ। ਸੱਚੇ ਪਾਤਸ਼ਾਹ ਆਪ ਜੀ ਦਇਆ ਕਰੋ ਤੇ ਮੈਂ ਮਾਂ ਬਣ ਸਕਦੀ ਹਾਂ। ਇਸਤਰੀ ਜਨਮ ਆਪਨ ਸਫਲਾਉ। ਮੇਰਾ ਇਸਤਰੀ ਜਨਮ ਸਫਲਾ ਹੋ ਜਾਵੇਗਾ। ਜਥਾ ਅਹ ਮਮ ਸਪਤਨ ਕੇਰੇ। ਜਿਵੇਂ ਮੇਰੀਆਂ ਵੱਡੀਆਂ ਭੈਣਾਂ ਦੇ ਮਾਤਾ ਸੁੰਦਰੀ ਦਾ ਪੁੱਤਰ ਜੀਤ ਸਿੰਘ ਹੈ, ਤੇ ਮਾਤਾ ਜੀਤੋ ਦੇ 3 ਹਨ। ਸਾਧ ਸੰਗਤ ਜੀ, ਵਿਆਹ ਮਾਤਾ ਜੀਤੋ ਜੀ ਨਾਲ ਪਹਿਲਾਂ ਹੋਇਆ ਸਤਿਗੁਰਾਂ ਦਾ, ਪਰ ਸੰਤਾਨ ਮਾਤਾ ਸੁੰਦਰੀ ਜੀ ਦੇ ਪਹਿਲਾਂ ਹੋਈ। ਬਾਬਾ ਅਜੀਤ ਸਿੰਘ ਇੱਕੋ ਹੀ ਪੁੱਤਰ ਸੀ, ਤੇ 3 ਜਿਹੜੇ ਸਨ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਮਾਤਾ ਜੀਤੋ ਜੀ ਦੇ ਕੁੱਖ ਤੋਂ ਜਨਮ ਲਿਆ ਤਿੰਨਾਂ ਨੇ। ਜਿਵੇਂ ਉਹਨਾਂ ਦੇ ਬੱਚੇ ਹਨ ਮਾਤਾ ਜੀ, ਮਹਾਰਾਜ ਜੀ ਚਾਹੋ ਤਥਾ ਮਨ ਆਪਨ ਹੀਰੇ। ਮੈਂ ਵੀ ਚਾਹੁੰਦੀ ਹਾਂ ਮੇਰਾ ਵੀ ਇੱਕ ਪੁੱਤਰ ਹੋਵੇ। ਸੁਣ ਕਰ ਸ੍ਰੀ ਮੁਖ ਤੇ ਫੁਰਮਾਇਓ। ਸ੍ਰੀ ਕਲਗੀਧਰ ਪਾਤਸ਼ਾਹ ਸੁਣ ਕੇ ਬੋਲੇ। ਭਲੋ ਮਨੋਰਥ ਹਿਰਦੇ ਉਠਾਇਓ। ਕਹਿੰਦੇ ਸਾਹਿਬ ਦੇਵੀ, ਬੜਾ ਚੰਗਾ ਸੋਹਣਾ ਵਧੀਆ ਮਨੋਰਥ ਕੀਤਾ ਹੈ। ਕਹਾ ਮਨੋਰਥ ਇੱਕ ਸੁਤ ਕੇਰੇ। ਤੂੰ ਇੱਕ ਪੁੱਤਰ ਦੀ ਗੱਲ ਕਰਦੀ ਹੈ, ਇੱਕ ਪੁੱਤਰ ਦੀ ਤਾਂ ਕੋਈ ਗੱਲ ਨਹੀਂ। ਪੁੱਤਰ ਖਾਲਸਾ ਹੋਇਸ ਤੇ। ਆਹ ਸਾਰਾ ਖਾਲਸਾ ਹੀ ਤੇਰਾ ਪੁੱਤਰ ਹੈ। ਇਹ ਤੇਰੇ ਪੁੱਤਰ, ਲੱਖਾਂ ਹੀ ਪੁੱਤਰ ਤੇਰੇ ਪੁੱਤਰ ਨੇ ਸਾਹਿਬ ਦੇਵਾਂ। ਲੱਖੋਂ ਕੋ ਇਹੋ ਗਣਤ ਨਾ ਆਵੇ। ਇਹ ਗਿਣਤੀ 'ਚ ਨਹੀਂ ਆਉਣਗੇ, ਲੱਖਾਂ ਕਰੋੜਾਂ, ਇਹ ਸਭ ਤੇਰੇ ਪੁੱਤਰ ਹੋਣਗੇ। ਜਗ ਮੈਂ ਖਿਰ ਨਿਤ ਜਨਮ ਸੁਭਾਵੈ। ਇਹ ਸਦਾ ਹੀ ਰਹਿਣਗੇ। ਦੂਜੀਆਂ ਮਾਵਾਂ ਦੇ ਪੁੱਤਰ ਚਲੇ ਜਾਂਦੇ ਨੇ ਦੁਨੀਆ ਤੋਂ, ਪਰ ਤੇਰਾ ਪੁੱਤਰ ਮੁੱਕੇਗਾ ਨਹੀਂ, ਤੇਰਾ ਪੁੱਤਰ ਖਤਮ ਨਹੀਂ ਹੋਵੇਗਾ। ਇਹ ਜੁਗੋ ਜੁਗ ਅਟਲ ਤੇਰਾ ਪੁੱਤਰ ਖਾਲਸਾ ਹੋਵੇਗਾ। ਸਕਲ ਸਿੰਘ ਆਪਣੇ ਸੁਤ ਜਾਨੋ। ਮਹਾਰਾਜ ਕਹਿੰਦੇ ਜਿੰਨੇ ਸਿੰਘ ਨੇ ਸਾਹਿਬ ਦੇਵੀ ਤੇਰੇ ਪੁੱਤਰ ਨੇ, ਆਪਣੇ ਪੁੱਤਰ ਜਾਣ ਲੈ। ਸੁਜਸ ਪ੍ਰਤਾਪ ਵਧਾਏ ਮਹਾਨੋ। ਇਹਦਾ ਪ੍ਰਤਾਪ ਵਧੇਗਾ, ਸਾਰੀ ਦੁਨੀਆ ਤੇ ਫੈਲੇਗਾ। ਪੁੱਤਰ ਖਾਲਸਾ ਤੇਰੋ ਭਇਓ। ਤੇਰਾ ਖਾਲਸਾ ਅੱਜ ਤੋਂ ਤੇਰਾ ਪੁੱਤਰ ਹੋਇਆ। ਗੋਦ ਪਾਏ ਤੁਝ ਹਮਨੇ ਦਇਓ। ਤੇਰੀ ਗੋਦ ਪਾ ਦਿੱਤਾ ਖਾਲਸਾ। ਜਦੋਂ ਵੀ ਖਾਲਸਾ ਬੋਲੇਗਾ ਉਹ ਕਹੇਗਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇਵਾਂ ਜੀ। ਮਹਿਦ ਪ੍ਰਤਾਪ ਸਮੇਤ ਨਿਹਾਰੋ। ਆਏ ਪ੍ਰਤਾਪ ਵੇਖੇਗੀ ਤੂੰ ਖਾਲਸੇ ਦਾ, ਰਹਿੰਦੀ ਦੁਨੀਆ ਤੱਕ ਤੇਰਾ ਨਾਮ ਬੋਲਿਆ ਕਰੇਗਾ। ਸਦਾ ਆਨੰਦ ਬਿਲੰਦੈ ਧਾਰੋ। ਆਨੰਦ ਨਾਲ ਖੁਸ਼ੀ ਨਾਲ ਤੂੰ ਵੇਖੀ ਆਪਣੇ ਪੁੱਤਰ ਦੀਆਂ ਖੁਸ਼ੀਆਂ ਵੇਖੀ। ਸੁਨ ਸ੍ਰੀ ਮੁਖ ਤੇ ਭਈ ਆਨੰਦ। ਸ੍ਰੀ ਮਾਤਾ ਸਾਹਿਬ ਦੇਵਾਂ ਜੀ ਗਰੀਬ ਨਵਾਜ ਕਲਗੀਧਰ ਪਾਤਸ਼ਾਹ ਦੀ ਰਸਨਾ ਤੋਂ ਬਚਨ ਸੁਣ ਕੇ ਪ੍ਰਫੁੱਲਤ ਹੋਏ, ਬੜੇ ਪ੍ਰਸੰਨ ਹੋਏ। ਮਾਨਿਓ ਬਾਤ ਹਾਥ ਕਰ ਬੰਦ। ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ। ਮਾਤਾ ਜੀ ਨੇ ਬਚਨ ਸਿਰ ਮੱਥੇ ਤੇ ਮੰਨਿਆ। ਮਸਤਕ ਟੇਕਤ ਨਿਜ ਘਰ ਗਈ। ਔਰ ਮੱਥਾ ਟੇਕ ਕੇ ਆਪਣੇ ਮਹਿਲਾਂ 'ਚ ਚਲੀ ਗਈ। ਸੰਤਤ ਜਾਨ ਹਰਖ ਨਿਜ ਭਈ। ਅੱਜ ਮੈਂ ਮਾਂ ਬਣ ਗਈ ਹਾਂ, ਤੇ ਮਾਂ ਵੀ ਐਸੇ ਪੁੱਤਰ ਦੀ ਜਿਹਨੇ ਕਦੀ ਮਰਨਾ ਹੀ ਨਹੀਂ। ਜਿੰਨਾ ਚਿਰ ਚੰਦ ਸੂਰਜ ਅਸਮਾਨ ਤੇ ਰਹਿਣਗੇ ਮੇਰਾ ਪੁੱਤਰ ਜਿਉਂਦਾ ਰਹੇਗਾ ਖਾਲਸਾ। ਇਸ ਗੱਲ ਦੀ ਖੁਸ਼ੀ ਮਾਤਾ ਜੀ ਨੇ ਮਨਾਈ ਹੈ। ਸੋ ਖਾਲਸਾ ਜੀ ਵੱਡੇ ਭਾਗਾਂ ਵਾਲੇ ਆ ਜਿਹੜੇ ਆਪਾਂ ਮਾਤਾ ਜੀ ਦੇ ਪੁੱਤਰ ਹਾਂ। ਮਾਤਾ ਜੀ ਨੂੰ ਵੀ ਯਾਦ ਕਰਿਆ ਕਰੋ।
ਪੁਰਾਤਨ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਤਾਂ ਅਰਦਾਸੇ 'ਚ ਵੀ ਯਾਦ ਕਰਦੇ ਆ। ਕਿਉਂ? ਮਾਤਾ ਤੋਂ ਬਿਨਾਂ ਪੁੱਤਰ ਨਹੀਂ ਹੁੰਦਾ, ਪਿਓ ਵੀ ਚਾਹੀਦਾ ਤੇ ਮਾਂ ਵੀ ਚਾਹੀਦੀ ਹੈ। ਇਸ ਕਰਕੇ ਮਾਂ ਨੂੰ ਭੁੱਲੋ ਨਾ। ਜਦੋਂ ਵੀ ਕੋਈ ਕਾਰਜ ਹੋਵੇ ਮਾਤਾ ਜੀ ਨੂੰ ਬੇਨਤੀ ਕਰ ਦਿਓ, ਸਤਿਗੁਰਾਂ ਕੋਲੋਂ ਆਪੇ ਕਰਾ ਦੇਣਗੇ। ਆਖੋ ਸਤਿਨਾਮ ਸ੍ਰੀ। ਜੇਕਰ ਬੱਚੇ ਨੂੰ ਕੋਈ ਚੀਜ਼ ਚਾਹੀਦੀ ਹੋਵੇ ਨਾ ਤੇ ਉਹ ਮਾਂ ਨੂੰ ਕਹਿੰਦਾ, ਮਾਂ ਆਪੇ ਕਹਿ ਸੁਣ ਕੇ ਕਰਾ ਰਹਿੰਦੀ ਹੈ। ਇਸ ਕਰਕੇ ਮਾਤਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਅਕਾਲ ਪੁਰਖ ਦੀ ਸ਼ਕਤੀ ਜਿਹਨੂੰ ਆਪਾਂ ਪ੍ਰਥਮ ਭਗਉਤੀ ਯਾਦ ਕਰਦੇ ਆ ਨਾ, ਇਹੀ ਮਾਤਾ ਜੀ ਤੇ ਬਣ ਕੇ ਆਏ ਨੇ ਪ੍ਰਤੱਖ ਦਰਸ਼ਨ ਦੇਣ ਵਾਸਤੇ। ਕਿਉਂਕਿ ਸੂਖਮ ਤੱਕ ਸਾਡੀ ਦ੍ਰਿਸ਼ਟੀ ਨਹੀਂ ਜਾਂਦੀ, ਸੂਖਮ ਤੱਕ ਨਾ ਸਾਡੀ ਉਹ ਸੋਚ ਨਹੀਂ ਜਾਂਦੀ। ਤੇ ਫਿਰ ਮਹਾਰਾਜ ਨੇ ਸਾਡੇ ਵਾਸਤੇ ਸਰਗੁਣ ਰੂਪ ਧਾਰਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਪਿਤਾ, ਮਾਤਾ ਸਾਹਿਬ ਦੇਵਾਂ ਜੀ ਮਾਂ, ਉਹ ਸਾਡੇ ਮਾਤਾ ਪਿਤਾ ਹਰ ਵੇਲੇ ਸਾਡੇ ਅੰਗ ਸੰਗ। ਸੋ ਆਪਾਂ ਉਹਨਾਂ ਨੂੰ ਯਾਦ ਕਰੀਏ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਆਪਾਂ ਪੁੱਤਰ ਹਾਂ, ਮਾਤਾ ਜੀ ਦੇ ਪੁੱਤਰ ਹਾਂ। ਤੇ ਸਾਧ ਸੰਗਤ ਜੀ, ਬੜੀ ਵੱਡੀ ਕਿਰਪਾ ਮਹਾਰਾਜ ਨੇ ਕੀਤੀ ਇੰਗਲੈਂਡ ਦੀਆਂ ਸੰਗਤਾਂ ਤੇ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ, 6ਵੇਂ ਪਾਤਸ਼ਾਹ ਦੇ ਨਿਵਾਜੇ ਹੋਏ ਬਾਬਾ ਬਿਧੀ ਚੰਦ ਸਾਹਿਬ ਜੀ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਜਿਨ੍ਹਾਂ ਨੂੰ ਮਹਾਰਾਜ ਆਪਣਾ ਸੀਨਾ ਕਹਿ ਦਿੱਤਾ, ਕੋਈ ਚੀਜ਼ ਲੁਕਾਈ ਨਹੀਂ ਤੇ ਆਪਣੀਆਂ ਬਖਸ਼ਾਂ ਦੇ ਕੇ ਨਿਵਾਜਿਆ। ਉਹ ਦਲ ਪੰਥ ਦੇ ਮੁਖੀ ਮਹਾਂਪੁਰਸ਼ ਬਾਬਾ ਜੀ, ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ ਬਾਬਾ ਅਵਤਾਰ ਸਿੰਘ ਸਾਹਿਬ ਜੀ ਦਲ ਪੰਥ ਦੇ ਸਮੇਤ ਇੱਥੇ ਸੰਗਤਾਂ ਵਿੱਚ ਦਰਸ਼ਨ ਦੇਣ ਆਏ, ਗੁਰਮਤਿ ਪ੍ਰਚਾਰ ਕਰ ਰਹੇ ਨੇ। ਸੰਗਤਾਂ ਬਹੁਤ ਪਿਆਰ ਕਰ ਰਹੀਆਂ। ਜਿੱਥੇ ਵੀ ਜਾਈਏ ਸ਼ਹਿਰਾਂ ਵਿੱਚ ਹਜ਼ਾਰਾਂ ਸੰਗਤਾਂ ਬਾਬਾ ਜੀ ਦੇ ਪਿਆਰ 'ਚ ਭਿੱਜੀਆਂ। ਕਿਉਂਕਿ ਹਰ ਬੰਦੇ ਨੂੰ ਇਉਂ ਲੱਗਦਾ ਵੀ ਬਾਬਾ ਜੀ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਪਿਆਰ ਕਰਦੇ। ਹਰ ਇੱਕ ਨੂੰ, ਕਿਉਂਕਿ ਉਹ ਹੈ ਹੀ ਪ੍ਰੇਮ ਦੀ ਮੂਰਤੀ। ਜਿਹੜਾ ਵੀ ਸਿੰਘ ਬਾਬਾ ਜੀ ਨੂੰ ਇੱਕ ਵਾਰੀ ਫਤਿਹ ਬੁਲਾ ਜਾਵੇ ਤੇ ਉਹ ਫਿਰ ਸਾਰੀ ਉਮਰ ਲਈ ਬਾਬਾ ਜੀ ਦਾ ਬਣ ਜਾਂਦਾ। ਐਸੇ ਉਹ ਪ੍ਰੇਮ ਦੇ ਮੁਜੱਸਮੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਸਮੇਤ ਆਏ। ਉਹਨਾਂ ਦੇ ਦਲ ਪੰਥ ਦੇ ਮਹਾਨ ਵਿਦਵਾਨ ਸਾਡੇ ਇਹ ਅਜੀਜ਼ ਨੌਜਵਾਨ ਢਾਡੀ ਸਿੰਘ, ਜਿਨ੍ਹਾਂ 'ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਰ ਸਿੰਘ ਤੋਂ ਹੀ ਢਾਡੀ ਬੁਲਾਏ ਸੀਗੇ। ਇਹ ਕਲਾ ਉੱਥੋਂ ਆਰੰਭ ਹੋਈ ਸੀ। ਬਾਬਾ ਨੱਥਾ ਤੇ ਬਾਬਾ ਅਬਦੁੱਲਾ ਜੀ ਨੂੰ ਬਾਬਾ ਬਿਧੀ ਚੰਦ ਜੀ ਘੋੜ ਹਾਥੀ ਦੇ ਬਿਠਾ ਕੇ ਲਿਆਏ ਸਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਵਾਰ ਗਾਈ ਸੀ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਇਹ ਉਹ ਸੰਪਰਦਾ ਦੇ ਮਹਾਂਪੁਰਸ਼, ਉਹਨਾਂ ਦੇ ਨੌਜਵਾਨ ਗੁਰਸਿੱਖ ਵੀਰ ਢਾਡੀ ਸਿੰਘ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇੱਥੋਂ ਦੇ ਨੌਜਵਾਨ ਜੋ ਮਹਾਂਪੁਰਸ਼ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ, ਜਿਨ੍ਹਾਂ ਦਾ ਸਾਹਿਬ ਸੀ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੰਪਰਦਾਈ ਸੰਥਿਆ ਜੇ ਅੱਜ ਕਾਇਮ ਹੈ ਨਾ ਤੇ ਉਹ ਬਾਬਾ ਬਲਦੇਵ ਸਿੰਘ ਜੀ ਦੀ ਕਿਰਪਾ ਹੈ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਸੰਥਿਆ ਜਿਹੜੀ ਮਹਾਂਪੁਰਸ਼ਾਂ ਨੇ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੱਖਰ ਟੂ ਅੱਖਰ ਬੜੀ ਸ਼ੁੱਧ ਕਰਾਉਣ ਦੀ ਉਹਨਾਂ ਨੇ ਮਰਿਆਦਾ ਨਿਭਾਈ ਹੈ। ਤੇ ਉਹਨਾਂ ਦੇ ਸੰਪਰਦਾ ਦੇ ਮਹਾਂਪੁਰਸ਼ ਵਿਦਵਾਨ ਨੌਜਵਾਨ ਇੱਥੇ ਹਾਜ਼ਰ, ਸਾਰੇ ਸੰਪਰਦਾਵਾਂ ਦੇ ਟਕਸਾਲਾਂ ਦੇ ਸਿੰਘ ਇੱਥੇ ਹਾਜ਼ਰ। ਦਾਸ ਸਾਰਿਆਂ ਦੀ ਚਰਨ ਧੂੜ ਹੈ। ਕਿਰਪਾ ਕਰਨ ਸਤਿਗੁਰੂ, ਸਾਰਿਆਂ ਦਾ ਪ੍ਰੇਮ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਇੱਕ ਗੱਲ ਯਾਦ ਰੱਖੋ, ਆਪਾਂ ਸਾਰੇ ਗੁਰੂ ਨਾਨਕ ਦੇ ਬਗੀਚੇ ਦੇ ਫੁੱਲ ਹਾਂ। ਕੋਈ ਗੁਲਾਬ ਦਾ, ਕੋਈ ਚਮੇਲੀ ਦਾ, ਕੋਈ ਗੈਂਦੇ ਦਾ, ਪਰ ਹੈ ਬਾਬੇ ਨਾਨਕ ਦੇ। ਕਈਆਂ ਨੂੰ ਕੰਡੇ ਵੀ ਲੱਗੇ ਹੁੰਦੇ, ਸਾਡੇ ਵਰਗਿਆਂ ਨੂੰ ਨਿਹੰਗਾਂ ਸਿੰਘਾਂ ਨੂੰ ਲੱਗੇ ਹੁੰਦੇ ਮੜ ਜੇ, ਤੇ ਉਹ ਵੀ ਬਰਦਾਸ਼ਤ ਕਰਨੇ ਪੈਣੇ ਆ। ਕਿਉਂਕਿ ਬਗੀਚਾ ਜੇ ਹੋਏ ਆ ਤੇ ਬਗੀਚੇ ਤੋਂ ਬਾਹਰ ਰਾਹ ਆਪਾਂ ਇੱਕ ਦੂਜੀ ਤੋਂ ਹੋਈਏ, ਸਾਰੇ ਗਲਵਕੜੀਆਂ ਪਾ ਪਾ ਕੇ ਮਿਲੀਏ, ਪਿਆਰ ਕਰੀਏ ਤੇ ਗੁਰੂ ਖਾਲਸੇ ਦੀ ਹਰ ਮੈਦਾਨ ਹਰ ਦੀਵਾਨ ਚੜ੍ਹਦੀ ਕਲਾ ਹੋਵੇ। ਇਤਨੇ ਬਚਨ ਪ੍ਰਵਾਨ ਕਰਨੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।